ਸਤਨਾਮ ਵਾਹਿਗੁਰੂ ਸਾਹਿਬ ਜੀ। ਅਬ ਮੇਰੂ ਠਾਕੁਰ ਸਿਉ ਮਨ ਲੀਨਾ, ਪ੍ਰਾਨ ਦਾਨ ਗੁਰ ਪੂਰੈ ਦੀਆ, ਉਰਝਾਇਓ ਜਿਉ ਜਲ ਮੀਨਾ। ਅਬ ਮੇਰੂ ਠਾਕੁਰ ਸਿਉ ਮਨ ਲੀਨਾ, ਪ੍ਰਾਨ ਦਾਨ ਗੁਰ ਪੂਰੈ ਦੀਆ, ਉਰਝਾਇਓ ਜਿਉ ਜਲ ਮੀਨਾ। ਰਹਾਉ ਕਾਮ ਕ੍ਰੋਧ ਲੋਭ ਮਦ ਮਤਸਰ, ਏ ਅਰਪ ਸਗਲ ਦਾਨ ਕੀਨਾ। ਮੰਤਰ ਦਿਰੜਾਏ ਹਰ ਔਖਦ ਗੁਰ ਦੀਓ, ਤਉ ਮਿਲਿਓ ਸਗਲ ਪਰ ਭੀਨਾ। ਗ੍ਰਹਿ ਤੇਰਾ ਤੂੰ ਠਾਕੁਰ ਮੇਰਾ, ਗੁਰ ਹਉ ਖੋਈ ਪ੍ਰਭ ਦੀਨਾ। ਕਹੋ ਨਾਨਕ ਮੈਂ ਸਹਿਜ ਘਰ ਪਾਇਆ, ਹਰ ਭਗਤ ਭੰਡਾਰ ਖਜ਼ੀਨਾ। ਗ੍ਰਹਿ ਤੇਰਾ ਤੂੰ ਠਾਕੁਰ ਮੇਰਾ, ਗੁਰ ਹਉ ਖੋਈ ਪ੍ਰਭ ਦੀਨਾ। ਕਹੋ ਨਾਨਕ ਮੈਂ ਸਹਿਜ ਘਰ ਪਾਇਆ, ਹਰ ਭਗਤ ਭੰਡਾਰ ਖਜ਼ੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਜ਼ਾਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਗੁਰੂ ਕੀ ਪਾਵਨ ਗੋਦ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਹਰ ਰੋਜ਼ ਜੋ ਆਪ ਜੀ ਬੜੇ ਪਿਆਰ ਨਾਲ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਮੁੱਖ ਵਾਕ ਜੋ ਆਪ ਜੀ ਸਰਵਣ ਕਰ ਰਹੇ ਸੀ, ਸਤਿਗੁਰੂ ਜੀ ਇਸ ਮੁੱਖ ਵਾਕ ਦੇ ਰਾਹੀਂ ਜਦ ਮਨੁੱਖ ਗੁਰੂ ਕੋਲ ਆਉਂਦਾ ਹੈ, ਗੁਰੂ ਦੀ ਬਖਸ਼ਿਸ਼ ਰਾਹੀਂ ਵਿਕਾਰਾਂ ਤੋਂ ਮੁਕਤ ਹੋ ਕੇ ਪ੍ਰਮਾਤਮਾ ਦੇ ਪਿਆਰ ਜੁੜਦਾ ਹੈ, ਤੇ ਉਹਨੂੰ ਇੱਕ ਅਵਸਥਾ ਮਿਲਦੀ ਜਿਹਨੂੰ ਸਹਿਜ ਅਵਸਥਾ ਕਿਹਾ ਜਾਂਦਾ ਹੈ। ਅਸੀਂ ਸੰਸਾਰੀ ਜੀਵ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਵਿਚਰ ਰਹੇ ਹਾਂ, ਜਿਹਨੂੰ ਰਜੋ ਗੁਣ, ਤਮੋ ਗੁਣ, ਸਤੋ ਗੁਣ ਕਹਿੰਦੇ ਨੇ। ਤਮੋ ਗੁਣ ਦਾ ਅਰਥ ਅਗਿਆਨਤਾ ਵਾਲਾ ਅਸਥਾਨ। ਮਨੁੱਖ ਦੇ ਅੰਦਰ ਅਗਿਆਨਤਾ ਹੈ, ਹਨੇਰੇ 'ਚ ਵਿਚਰਦਾ ਹੈ ਮਨੁੱਖ। ਹਨੇਰੇ 'ਚ ਵਿਚਰਦਿਆਂ ਉਹਦੇ ਅੰਦਰ ਕ੍ਰੋਧ, ਗੁੱਸਾ, ਖਿਜ, ਈਰਖਾ, ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਤਮੋ ਗੁਣੀ ਦੀਆਂ ਪ੍ਰਤੀਕ ਨੇ। ਕੁਝ ਉਹ ਅਵਸਥਾ ਹੁੰਦੀ ਜਿੱਥੇ ਮਨੁੱਖ ਦੇ ਅੰਦਰ ਬੜੀਆਂ ਇੱਛਾਵਾਂ ਹੁੰਦੀਆਂ ਨੇ ਕਿ ਇਹ ਕੁਝ ਮੈਨੂੰ ਮਿਲ ਜੇ, ਉਹ ਕੁਝ ਮਿਲ ਜਾਏ। ਉਹਨੂੰ ਮਿਲਣ ਲਈ ਮਨੁੱਖ ਬੜਾ ਯਤਨਸ਼ੀਲ ਹੁੰਦਾ ਹੈ, ਮਿਲਦੀਆਂ ਵੀ ਜਾਂਦੀਆਂ ਨੇ ਉਹ ਚੀਜ਼ਾਂ। ਇਸ ਅਵਸਥਾ 'ਚ ਇਸ ਬਿਰਤੀ ਨੂੰ ਰਜੋ ਗੁਣ ਕਿਹਾ ਜਾਂਦਾ ਹੈ, ਜਿੱਥੇ ਮਨੁੱਖ ਦੇ ਅੰਦਰ ਬੜੀਆਂ ਲਾਲਸਾਵਾਂ ਹੋਣ, ਬੜੀਆਂ ਇੱਛਾਵਾਂ ਹੋਣ। ਇਹਨਾਂ ਦੋਵਾਂ ਤੋਂ ਇੱਕ ਵੱਖਰੀ ਅਵਸਥਾ ਜਿਹਨੂੰ ਸਤੋ ਗੁਣ ਕਿਹਾ ਜਾਂਦਾ ਹੈ, ਜਿੱਥੇ ਜਾ ਕੇ ਮਨੁੱਖ ਦੁਨੀਆ ਵੱਲੋਂ ਬੇਰਾਗੀ ਹੋ ਜਾਂਦਾ ਹੈ, ਦੁਨੀਆ ਤੋਂ ਉਦਾਸ ਹੋ ਜਾਂਦਾ ਹੈ, ਵੱਖਰਾ ਹੋ ਜਾਂਦਾ ਹੈ। ਉਹਦੇ ਅੰਦਰ ਲਾਲਸਾਵਾਂ ਤਾਂ ਨਹੀਂ ਹੈ, ਉਹਦੇ ਅੰਦਰ ਉਹ ਤਮੋ ਗੁਣੀ ਵਾਲੀ ਅਵਸਥਾ, ਈਰਖਾ, ਕ੍ਰੋਧ ਵੀ ਨਹੀਂ ਹੈ, ਪਰ ਉਹ ਦੁਨੀਆ ਤੋਂ ਵੱਖਰਾ ਉਦਾਸ ਹੋ ਕੇ ਬੈਠ ਜਾਂਦਾ ਹੈ। ਪਰ ਇੱਥੇ ਵੀ ਉਹਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ।
ਬਹੁਤ ਸਾਰੇ ਲੋਕ ਨੇ ਜੰਗਲਾਂ 'ਚ ਬੈਠੇ ਨੇ, ਪਹਾੜਾਂ 'ਚ ਬੈਠੇ ਨੇ, ਕੋਈ ਦੁਨੀਆ ਤੋਂ ਵੱਖਰੇ ਹੋ ਕੇ ਬੈਠੇ ਨੇ। ਇੱਥੇ ਆ ਕੇ ਵੀ ਉਹ ਹਉਮੈ ਤੋਂ ਮੁਕਤ ਨਹੀਂ ਹੋ ਸਕਦਾ, ਇੱਥੇ ਆ ਕੇ ਵੀ ਉਹ ਆਤਮਿਕ ਆਨੰਦ ਨਹੀਂ ਮਾਣ ਸਕਦਾ। ਇਹਨੂੰ ਕਿਹਾ ਜਾਂਦਾ ਸਤੋ ਗੁਣੀ। ਪਰ ਇਹਨਾਂ ਤਿੰਨਾਂ ਤੋਂ ਉੱਪਰ ਇੱਕ ਅਵਸਥਾ ਹੈ ਜਿਹਨੂੰ ਕਹਿੰਦੇ ਚੌਥੇ ਪਦ ਮੈਂ ਸਹਿਜ ਹੈ। ਸਹਿਜ ਦਾ ਅਰਥ ਹੁੰਦਾ ਹੈ ਜਿਹਨੂੰ ਆਪਾਂ ਕੁਦਰਤੀ ਸੁਭਾਅ ਕਹਿੰਦੇ, ਕੁਦਰਤੀ ਨੈਚੁਰਲੀ ਸੁਭਾਅ ਸਾਡਾ ਮਨੁੱਖ ਦਾ, आत्मा का जो असली स्वभाव है, क्योंकि आत्मा परमात्मा की अंश है। जे आत्मा परमात्मा की अंश है तो आत्मा का स्वभाव भी परमात्मा वर्गा होना चाहिए, जिथे जाके कोई वैर नहीं, कोई लालसा नहीं, रब की रजा ही मिठी लगती है, रब का भाणा ही मिठा लगता है। सहज अवस्था तो उच्ची एक वो अवस्था जिन्हों आपां आत्मा का कुदरती रूप कह सकते हैं। एक वो अवस्था जदों मनुख इस जगत विच आउंदा है ना, जो उदों सुभाव हुंदा है मनुख का, कोई वैर नहीं, कोई लालच नहीं, कोई इच्छा नहीं, भोलापन, अंदर बड़ा प्यार जे है, प्यार दा ही भुखा हुंदा है, जिन्हों आपां कह सकते साडे नाल प्रगट होया जिहड़ा सुभाव है। ਜਦੋਂ ਅਸੀਂ ਦੁਨੀਆ 'ਚ ਆਉਂਦੇ ਹਾਂ, ਆਲੇ ਦੁਆਲੇ ਦਾ ਸਾਡੇ 'ਤੇ ਪ੍ਰਭਾਵ ਪੈਂਦਾ ਹੈ, ਸਾਡਾ ਉਹ ਸੁਭਾਵ ਟਕਿਆ ਜਾਂਦਾ ਹੈ, ਉਹ ਸਹਿਜ ਜਿਹੜਾ ਟਕਿਆ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਸੁੱਖ ਹੈ ਨਾ, ਆਨੰਦ, ਉਹ ਸਹਿਜ ਵਿੱਚ ਹੀ ਹੈ। ਦੁਨੀਆ ਦੇ ਜਿੰਨੇ ਮਰਜ਼ੀ ਪਦਾਰਥ ਅਸੀਂ ਪ੍ਰਾਪਤ ਕਰ ਲਈਏ, ਹੈਗੇ ਨੇ ਬਹੁਤ ਪ੍ਰਾਣੀ ਜਿਨ੍ਹਾਂ ਕੋਲ ਸਭ ਕੁਝ ਹੈ, ਪਰ ਮਨ ਦਾ ਸੁੱਖ ਨਹੀਂ ਹੈ। ਸਰੀਰਕ ਤੌਰ ਤੇ ਜਿੰਨੇ ਸਾਨੂੰ ਰੋਗ ਨੇ ਜਾਂ ਮਾਨਸਿਕ ਤੌਰ ਤੇ ਜਿੰਨੀਆਂ ਪਰੇਸ਼ਾਨੀਆਂ ਨੇ ਜਾਂ ਹੋਰ ਵੀ ਕੋਈ ਚਿੰਤਾਵਾਂ ਨੇ, ਉਹਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਸਹਿਜ ਨਾਲੋਂ ਟੁੱਟ ਗਏ। ਸਾਡੇ ਅੰਦਰ ਭਟਕਣਾ ਹੈ, ਸਾਡੇ ਅੰਦਰ ਲਾਲਸਾ ਹੈ। ਜਦੋਂ ਅਸੀਂ ਉਸ ਆਪਣੇ ਕੁਦਰਤੀ ਸੁਭਾਅ 'ਚ ਆ ਜਾਵਾਂਗੇ, ਇਵੇਂ ਕਹਿ ਲਓ ਕਿ ਪ੍ਰਕਿਰਤੀ ਦੇ ਨਾਲ ਇੱਕਮਿਕ ਹੋ ਜਾਵਾਂਗੇ, ਕੋਈ ਰੋਗ ਹੀ ਨਹੀਂ ਰਹੇਗਾ। ਰੋਗਾਂ ਦਾ ਇਲਾਜ ਦਵਾਈਆਂ ਨਹੀਂ ਹੈ। ਦਵਾਈਆਂ ਤੇ ਇੱਕ ਆਸਰਾ ਅਸੀਂ ਲੈ ਲੈਂਦੇ ਹਾਂ ਕਿਉਂਕਿ ਅਸੀਂ ਉਦਮ ਨਹੀਂ ਕਰਨਾ ਚਾਹੁੰਦੇ। ਦਵਾਈ ਕੀ ਹੈ ਕਿ ਡਾਕਟਰ ਜੀ ਇੱਕ ਕੈਪਸੂਲ ਦਿਓ ਮੈਂ ਠੀਕ ਹੋ ਜਾਵਾਂ, ਇੰਜੈਕਸ਼ਨ ਲਗਾ ਦਿਓ ਠੀਕ ਹੋ ਜਾਵਾਂ। ਲੇਕਿਨ ਇਹਨਾਂ ਦਾ ਜੋ ਪੱਕਾ ਇਲਾਜ ਹੈ, ਜਾਂ ਇਵੇਂ ਕਹਿ ਲਓ ਸਦੀਵੀ ਤੰਦਰੁਸਤੀ ਪ੍ਰਾਪਤ ਕਰਨ ਦਾ ਤਰੀਕਾ ਜਾਂ ਸਦੀਵੀ ਸੁੱਖ ਪ੍ਰਾਪਤ ਕਰਨ ਦਾ ਤਰੀਕਾ ਜੋ ਹੈ, ਉਹ ਹੈ ਆਪਣਾ ਕੁਦਰਤੀ ਸੁਭਾਅ। ਅਸੀਂ ਕੁਦਰਤ ਦੇ ਅਸੂਲਾਂ ਅਨੁਸਾਰ ਜਿਉਣਾ ਪ੍ਰਵਾਨ ਕਰ ਲਈਏ। जो वाहिगुरु जी ने सानू जिंदगी दी, रोटी तो इत्थे मिलनी मिलनी है। रोटी तो कभी कोई पंछी नहीं भुखा मिलिया मरिया, कोई पशु नहीं भुखा मरिया, उत्थे कोई मार्केटां नहीं चल रही, उत्थे कोई बाजार नहीं चल रहे, कोई बिजनेस नहीं चल रहे। मनुख चाहुंदा वाइट कॉलर जॉब होनी चाहिए है, बस एसी रूमां च बैठा होवां। हैगियां ने बहुत लोगों कोल, पर सुख नहीं है, आनंद नहीं है। उन्हें रोग ज्यादा ने, जिन्नियां सुख सहूलतां ज्यादा उन्हें रोग ज्यादा आने आने। इन्हों कोई रोग नहीं सकता। उन्हें बड़े खतरनाक रोग अज मनुख की जिंदगी च ने। उसका कारण है कि मनुख जिंदगी च आप उद्यम नहीं करना चाहता, खेचल नहीं करना चाहता, जिंदगी च वो कुदरत दे नाल एक सुर नहीं होना चाहता। जदों असी सहज दे मार्ग ते तुरांगे, सतगुरु जी कहते सहज कोई ये नहीं कि कुछ दिन पाठ किया तो आ गया, किते मत्था टेकिया तो आ गया, किते मस्सिया नाली ते आ गया, नहीं। ये सारिया चीज़ां सतोगुणी च आ जांदियां ने। मैं इन्ने पाठ करांगा आ चीज़ मिल जाए, इन्ने थावां ते जावांगा आ चीज़ मिल जाए। ये कोई सुख मिलने का तरीका नहीं है। सुख तो उदों मिलेगा जो असी गुरबाणी दे ज्ञान राही अपने अंदरों बुराइयों तो मुक्त होने के लिए गुणां नूं ग्रहण करने लई यतनशील होवांगे। ते सतगुरु सच्चे पातशाह जी ने गुरबाणी च सानूं सेध दित्ती है कि जिंदगी दे अंदर आत्मक आनंद मानने का तरीका है वाहिगुरु जी का सिमरन। गुरु ते अर्जन देव जी महाराज बड़े प्यारे वचन, प्रभु के सिमरन सहज समानी। जदों असी प्रभु का सिमरन करांगे सहज विच समा जावांगे। सहज प्रभु के सिमरन का अर्थ है कि उस वाहिगुरु जी नूं याद करते हैं, वाहिगुरु जी के प्यार च विचरते हैं। जो रब्बी गुण उन्होंने जिंदगी च ग्रहण करी जाना, ग्रहण करते करते असी सहज विच आ जावांगे। सहज दर जिंदगी का बैलेंस, जिथे कोई उतराह चढ़ाव नहीं है। दुख आ जाए तां भी वाहिगुरु जी की दात है, सुख आ जाए तां भी वाहिगुरु जी की रजा है।
ਉੱਥੇ ਜਾ ਕੇ ਮਨੁੱਖ ਨੂੰ ਦੁੱਖ ਦਖਲਦਾ ਹੀ ਨਹੀਂ ਹੈ। ਦੁੱਖ ਤਾਂ ਉਹਨੂੰ ਰੱਬ ਦੀ ਰਜ਼ਾ ਲੱਗਦਾ ਹੈ। ਸਾਡਾ ਕੋਈ ਆਪਣਾ ਦੇਖੋ, ਅਸੀਂ ਬੱਚਿਆਂ ਨੂੰ ਪਾਲਦੇ ਹਾਂ ਨਾ, ਬੱਚਿਆਂ ਨੂੰ ਪਾਲਦੇ ਹਾਂ, ਕਿੰਨੇ ਸਾਨੂੰ ਦੁੱਖ ਉਠਾਉਣੇ ਪੈਂਦੇ ਨੇ, ਲੇਕਿਨ ਉਹ ਸਾਨੂੰ ਦੁੱਖ ਨਹੀਂ ਲੱਗਦੇ, ਕਿਉਂਕਿ ਉਹਦੇ ਵਿੱਚ ਸਾਡਾ ਕੋਈ ਸਵਾਰਥ ਹੈ। ਅਸੀਂ ਬੱਚਿਆਂ ਦੀ ਖਾਤਰ ਕਿੰਨੀ ਸੰਘਰਸ਼ ਕਰਦੇ ਹਾਂ, ਕਿੰਨੀ ਦੌੜ ਭੱਜ ਕਰਦੇ ਹਾਂ। ਬੱਚਿਆਂ ਦੀ ਖਾਤਰ ਅਸੀਂ ਕਿੰਨੇ ਸਰੀਰਕ ਤੌਰ 'ਤੇ ਵੀ ਆਪਣੇ ਆਪ ਨੂੰ ਖੇਚਲ 'ਚ ਪਾ ਲੈਂਦੇ ਹਾਂ। ਉਹ ਸਾਡੇ ਆਪਣੇ ਹੈ ਨਾ। ਬੱਚੇ ਸਾਡੇ 'ਤੇ ਗੰਦਗੀ ਪਾ ਦੇਣ, ਬੱਚੇ ਸਾਡੇ ਮੂੰਹ 'ਤੇ ਕੁਝ ਕਰ ਦੇਣ, ਅਸੀਂ ਗੁੱਸਾ ਹੀ ਨਹੀਂ ਕਰਦੇ, ਉਹ ਸਾਡੇ ਆਪਣੇ ਨੇ। ਜਦੋਂ ਕੋਈ ਆਪਣਾ ਬਣ ਜਾਏ ਨਾ, ਤੇ ਫਿਰ ਸਾਨੂੰ ਉਹਦੀ ਕੋਈ ਗੱਲ ਜਿਹੜੀ ਹੈ ਉਹ ਬੁਰੀ ਨਹੀਂ ਲੱਗਦੀ। ਜਦੋਂ ਰੱਬ ਦੇ ਨਾਲ ਪਿਆਰ ਪੈ ਜਾਏ, ਰੱਬ ਦੀ ਰਜ਼ਾ ਮਿੱਠੀ ਲੱਗਣੀ ਸ਼ੁਰੂ ਹੋ ਜਾਂਦੀ, ਫਿਰ ਦੁੱਖ ਨਾ ਹੀ ਸੁੱਖ ਸੌਖੀ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਮਨੁੱਖ ਨੂੰ ਗਿਆਨ ਹੁੰਦਾ, ਗੁਰਬਾਣੀ ਗਿਆਨ ਪ੍ਰਾਪਤ ਕਰਨ ਲਈ ਹੈ, ਗੁਰਬਾਣੀ ਕੋ ਰੱਟੇ ਲਾਉਣ ਲਈ ਨਹੀਂ ਹੈ ਕਿ ਇੰਨੀਆਂ ਗਿਣਤੀਆਂ ਨਾਲ ਪਾਠ ਕਰ ਲਓ ਤੇ ਇਹ ਕੁਝ ਮਿਲੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੇ ਵਪਾਰ। ਗਿਆਨਵਾਨ ਜਿਹੜੇ ਲੋਕ ਨੇ, ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਧਨ ਨਾਮ ਨਜ਼ਰ ਆਉਂਦਾ, ਉਹ ਸਹਿਜ ਵਿੱਚ ਜਾ ਕੇ ਇਸ ਨਾਮ ਨੂੰ ਵਿਆਜਦੇ ਨੇ। ਇਹ ਸਹਿਜ ਕੋ ਬਾਹਰਲੇ ਕਰਮਾਂ ਨਾਲ ਹੀ ਨਹੀਂ ਹੁੰਦਾ। ਕਰਮੀ ਸਹਿਜ ਨ ਉਪਜੈ, ਵਿਣ ਸਹਿਜੀ ਸਹਿਜ ਨ ਜਾਏ, ਨ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸੇ ਜੀਓ ਮਲੀਨ ਹੈ ਕਿ ਸੰਜਮ ਤੋਤਾ ਜਾਏ। ਸਤਿਗੁਰੂ ਜੀ ਕਹਿੰਦੇ ਸਾਡੇ ਅੰਦਰ ਜਿਹੜਾ ਸਹਿਮ ਹੈ ਨਾ, ਸਾਡੇ ਅੰਦਰ ਜਿਹੜੀ ਭਰਮ ਭਟਕਣਾ ਬਣੀ ਹੋਈ ਹੈ, ਇਹ ਸਹਿਜ ਤੋਂ ਬਿਨਾਂ ਨਹੀਂ ਮਿਟਦੀ। ਇਸ ਭਰਮ ਭਟਕਣਾ ਕਰਕੇ ਅੰਦਰੋਂ ਅਸੀਂ ਮਲੀਨ ਹਾਂ। ਇਹਨੂੰ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਹੈ, ਮਨ ਧੋਵੋ ਸ਼ਬਦ ਲਾਗੋ ਹਸ ਰਹੋ ਚਿਤ ਲਾਏ। ਮਨ ਨੂੰ ਗੁਰੂ ਕੇ ਸ਼ਬਦ ਨਾਲ ਜੋੜੀਏ, ਗੁਰੂ ਕੇ ਸ਼ਬਦ ਰਾਹੀਂ ਅੰਦਰੋਂ ਅਗਿਆਨਤਾ ਮਿਟੇ, ਸਾਡੇ ਅੰਦਰੋਂ ਅੰਧ ਵਿਸ਼ਵਾਸ ਮਿਟੇ, ਸਾਡੇ ਅੰਦਰੋਂ ਵਹਿਮ ਭਰਮ ਖਤਮ ਹੋ ਜਾਣ। ਗੁਰੂ ਕੇ ਸ਼ਬਦ ਰਾਹੀਂ ਸਾਡੇ ਅੰਦਰ ਚਾਨਣ ਹੋ ਜਾਏ। ਬਸ ਜਦੋਂ ਗੁਰੂ ਕੇ ਸ਼ਬਦ ਰਾਹੀਂ ਅੰਦਰੋਂ ਅਸੀਂ ਗਿਆਨਵਾਨ ਹੋ ਗਏ, ਗੁਰਬਾਣੀ ਸਾਡੇ ਅੰਦਰ ਦਾ ਹਨੇਰਾ ਕੱਟਦੀ ਹੈ। ਜਦੋਂ ਅੰਦਰੋਂ ਹਨੇਰਾ ਮਿਟ ਗਿਆ, ਚਾਨਣ ਹੋ ਗਿਆ, ਫਿਰ ਸਾਨੂੰ ਸੋਝੀ ਆ ਜਾਏਗੀ। ਆਪਣੇ ਆਪ ਹੀ ਸਾਡੀ ਜ਼ਿੰਦਗੀ ਦਾ ਜੋ ਅਸਲ ਮਾਰਗ ਸਾਨੂੰ ਲੱਭ ਜਾਏਗਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਮਾਰਗ ਨੂੰ ਪ੍ਰਾਪਤ ਕਰਨ ਦੇ ਲਈ ਜੋ ਜੁਗਤ ਦਰਸਾ ਰਹੇ ਨੇ, ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਹ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ ਵਿੱਚ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਅਬ ਮੇਰੋ ਠਾਕੁਰ ਸਿਉ ਮਨ ਲੀਨਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1210 ਤੇ ਸਾਰੰਗ ਰਾਗ ਵਿੱਚ ਅੰਕਿਤ ਨੇ। ਹਜ਼ੂਰ ਕਹਿ ਰਹੇ, ਹਬ ਮੇਰੋ ਠਾਕੁਰ ਸਿਉ ਮਨ ਲੀਨਾ, ਕਿ ਹੁਣ ਮੇਰਾ ਮਨ ਜਿਹੜਾ ਹੈ ਨਾ, ਠਾਕੁਰ ਦਾ ਅਰਥ ਹੈ ਪਰਮਾਤਮਾ, ਪ੍ਰਭੂ ਮਾਲਕ ਸਾਡਾ, ਜੋ ਉਸ ਪਰਮਾਤਮਾ 'ਚ ਮਨ ਮੇਰਾ ਲੀਨ ਹੋ ਗਿਆ, ਅਭੇਦ ਹੋ ਗਿਆ। ਇਸ ਤਰੀਕੇ ਨਾਲ ਅਭੇਦ ਹੋਇਆ ਹੈ ਕਿ ਪ੍ਰਾਨ ਦਾਨ ਗੁਰ ਪੂਰੈ ਦੀਆ, ਉਰਝਾਇਓ ਜਿਉ ਜਲ ਮੀਨਾ। ਮੈਨੂੰ ਪੂਰੇ ਗੁਰੂ ਨੇ ਪ੍ਰਾਣ ਦਾਨ ਦਿੱਤਾ ਹੈ। ਦੁਨਿਆਵੀ ਦਾਨ ਦੇਣ ਵਾਲੇ ਬਹੁਤ ਹੋਣਗੇ, ਅਸੀਂ ਵੀ ਗੁਰੂ ਪਾਸੋਂ ਆ ਕੇ ਦੁਨਿਆਵੀ ਦਾਨ ਹੀ ਮੰਗਦੇ ਹਾਂ। ਕੋਈ ਧਨ ਮੰਗਦਾ ਹੈ, ਕੋਈ ਦੌਲਤ ਮੰਗਦਾ ਹੈ, ਕੋਈ ਰੁਤਬੇ ਮੰਗਦਾ ਹੈ, ਚਲੋ ਇਹ ਸਾਡੀਆਂ ਲੋੜਾਂ ਨੇ। ਲੇਕਿਨ ਪ੍ਰਾਣ ਦਾਨ, ਜੀ ਦਾਨ ਜਿਹਨੂੰ ਆਪਾਂ ਕਹਿੰਦੇ ਹਾਂ, ਜੀ ਦਾਨ ਤੁਹਾਨੂੰ ਹੋਰ ਕਿਤੋਂ ਨਹੀਂ ਮਿਲੇਗਾ ਗੁਰੂ ਤੋਂ ਬਿਨਾਂ। ਹੋਰ ਜਿੱਥੇ ਵੀ ਤੁਸੀਂ ਕਬਰਾਂ 'ਤੇ ਜਾਓਗੇ, ਮਨੁੱਖਾਂ ਕੋਲ ਜਾਓਗੇ, ਕਿਸੇ ਪਾਸੇ ਵੀ ਚਲੇ ਜਾਓਗੇ, ਤੁਹਾਨੂੰ ਇਹ ਤੇ ਲਾਰਾ ਲਾਇਆ ਜਾਏਗਾ, ਤੁਹਾਡੀ ਆ ਕਾਮਨਾ ਪੂਰੀ ਹੋਏਗੀ, ਤੁਹਾਡੀ ਆ ਲੋੜ ਪੂਰੀ ਹੋ ਜਾਏਗੀ, ਤੁਹਾਨੂੰ ਇਹ ਸੁੱਖ ਮਿਲ ਜਾਏਗਾ। ਪਰ ਜਿਹਨੂੰ ਆਪਾਂ ਕਹਿੰਦੇ ਜੀ ਦਾ ਸੁੱਖ, ਆਤਮਾ ਦਾ ਆਨੰਦ, ਉਹ ਕਿਤਿਓਂ ਨਹੀਂ ਮਿਲੇਗਾ। ਉਹ ਤੇ ਉਦੋਂ ਮਿਲੇਗਾ ਜਦੋਂ ਗਿਆਨ ਮਿਲੇਗਾ। ਕਬਰਾਂ ਤੋਂ ਗਿਆਨ ਥੋੜ੍ਹਾ ਮਿਲਣਾ, ਜਾਂ ਮੂਰਤਾਂ ਨੂੰ ਮੱਥੇ ਟੇਕਿਓ ਗਿਆਨ ਥੋੜ੍ਹਾ ਮਿਲਣਾ। ਗਿਆਨ ਤਾਂ ਉਹਦੇ ਕੋਲ ਮਿਲੇਗਾ ਜਿਹਦੇ ਕੋਲ ਗਿਆਨ ਹੈਗਾ। ਗਿਆਨ ਗੁਰੂ ਨੇ ਦੇਣਾ। ਗੁਰਮਤਿ ਦੇ ਅੰਦਰ ਦਰਅਸਲ ਗਿਆਨ ਨੂੰ ਹੀ ਗੁਰੂ ਕਿਹਾ ਗਿਆ। ਗਿਆਨ ਗੁਰੂ ਆਤਮ ਉਪਦੇਸੋ, ਗਿਆਨ ਨੂੰ ਹੀ ਤੀਰਥ ਕਿਹਾ ਗਿਆ ਹੈ, ਗਿਆਨ ਨੂੰ ਹੀ ਸਤਿਗੁਰੂ ਜੀ ਨੇ ਗੁਰੂ ਕਿਹਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਕੋਲ ਆਏ, ਗੁਰੂ ਨੇ ਪ੍ਰਾਣ ਦਾਨ ਦਿੱਤਾ। ਪ੍ਰਾਣ ਦਾਨ ਦੱਸ ਕੇ ਜੀ ਦਾ ਦਾਨ। ਇੱਕ ਹੁੰਦਾ ਹੈ
ਭੁੱਖ ਲੱਗੀ ਹੈ, ਤੁਸੀਂ ਮਰ ਰਹੇ ਹੋ, ਤੁਹਾਨੂੰ ਰੋਟੀ ਮਿਲੀ, ਆਪਾਂ ਕਹਿੰਦੇ ਤੁਸੀਂ ਤੇ ਸਾਨੂੰ ਨਵਾਂ ਜੀਵਨ ਦੇ ਦਿੱਤਾ, ਮਰ ਚੱਲੇ ਸਾਂ। ਪਾਣੀ ਤੋਂ ਬਿਨਾਂ ਮਰਦੇ ਹਾਂ, ਪਾਣੀ ਮਿਲ ਗਿਆ, ਆਪਾਂ ਕਹਿੰਦੇ ਜੀ ਜਿਉਂਦੇ ਹੋ ਗਏ। ਪਰ ਇੱਕ ਹੁੰਦਾ ਅੰਦਰੋਂ ਅਸੀਂ ਮਰ ਰਹੇ ਹਾਂ, ਅੰਦਰੋਂ ਸਾਡੇ ਤੋਂ ਇਨਸਾਨੀਅਤ ਖਤਮ ਹੋ ਰਹੀ ਹੈ, ਸਾਡੇ ਚੋਂ ਮਨੁੱਖਤਾ ਮਿਟ ਰਹੀ ਹੈ। ਅੰਦਰਲੀ ਜਦੋਂ ਮਨੁੱਖਤਾ ਮਰ ਜਾਏਗੀ ਨਾ, ਮਨੁੱਖ ਭਾਵੇਂ ਸਗਲ ਸਿਸ਼ਟ ਦਾ ਰਾਜਾ ਵੀ ਕਿਉਂ ਨਾ ਹੋਵੇ, ਉਹ ਸੁਖੀ ਨਹੀਂ ਹੋ ਸਕਦਾ। ਅੰਦਰ ਦਾ ਜੋ ਸਾਡਾ ਜੀਵਨ ਹੈ, ਸਤਿਗੁਰੂ ਜੀ ਕਹਿੰਦੇ ਉਹ ਸਾਨੂੰ ਜੀ ਦਾਨ ਗੁਰੂ ਨੇ ਦਿੱਤਾ ਹੈ। ਰੱਬੀ ਪਿਆਰੇ ਆਉਂਦੇ ਇਸ ਧਰਤੀ ਤੇ ਲੋਕਾਂ ਨੂੰ ਜੀ ਦਾਨ ਦੇਣ ਦੇ ਲਈ ਨਹੀਂ। ਗੁਰੂ ਕਾ ਇੱਕ ਅੰਮ੍ਰਿਤ ਬਚਨ ਪੜ੍ਹਦੇ ਆ, ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਰੱਬ ਦੇ ਪਿਆਰੇ ਜੀ ਦਾਨ ਪ੍ਰਦਾਨ ਕਰਦੇ ਨੇ, ਆਤਮਿਕ ਜੀਵਨ, ਸदैव ਜੀਵਨ, ਉਹ ਜੀਵਨ ਜਿੱਥੇ ਆਨੰਦ ਹੀ ਆਨੰਦ ਹੈ। ਜਿਸ ਜੀਵਨ ਦੇ ਵਿੱਚ ਪਰੇਸ਼ਾਨੀਆਂ ਹੋਣ, ਉਹ ਕਾਹਦਾ ਜੀਵਨ ਹੈ? ਤੁਹਾਨੂੰ ਦੁਨੀਆ ਦੇ ਸਾਰੇ ਪਦਾਰਥ ਕੋਈ ਦੇਈ ਜਾਏ, ਪਰ ਜੇ ਪਰੇਸ਼ਾਨੀਆਂ ਨੇ ਤੇ ਪਦਾਰਥ ਨੂੰ ਕਰਨੇ ਕੀ ਆਪਾਂ? ਪਦਾਰਥ ਮੁਬਾਰਕ ਹੈ, ਪਰ ਚਾਹੀਦਾ ਤੇ ਮਨ ਦਾ ਸੁੱਖ ਹੈ ਨਾ, ਮਨ ਦਾ ਆਨੰਦ ਹੈ। ਤੇ ਸਤਿਗੁਰੂ ਜੀ ਸਾਨੂੰ ਉਹ ਜੀ ਦਾਨ ਪ੍ਰਦਾਨ ਕਰਦੇ ਨੇ, ਜੀ ਦਾ ਜੀਵਨ। ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ, ਨਾਨਕ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਤਿਗੁਰੂ ਆਪਣੇ ਸੇਵਕ ਦੀ ਜੀ ਕਰਕੇ ਰੱਖਿਆ ਕਰਦਾ, ਜੀ ਕਰਕੇ। ਹੁਣ ਜੀ ਕਰਕੇ ਕੀ ਪਰੇਸ਼ਾਨੀ ਹੈ ਸਾਨੂੰ? ਦੇਖੋ ਨਾ, ਬਾਹਰੋਂ ਸਾਡੇ ਕੋਲ ਘਰ ਨੇ, ਗੱਡੀਆਂ ਨੇ, ਕਾਰਾਂ ਨੇ, ਹੋਰ ਸੁੱਖ ਸਹੂਲਤਾਂ ਨੇ, ਘਰ ਦੇ ਵਿੱਚ ਬੜੀਆਂ ਵਾਹਿਗੁਰੂ ਜੀ ਨੇ ਸਾਨੂੰ ਸਹੂਲਤਾਂ ਦਿੱਤੀਆਂ ਹੋਈਆਂ ਨੇ, ਲੇਕਿਨ ਅਸੀਂ ਸਭ ਕੁਝ ਹੁੰਦਿਆਂ ਹੋਇਆਂ ਅਜੇ ਖੁਸ਼ ਨਹੀਂ ਹਾਂ, ਅਜੇ ਪ੍ਰਸੰਨ ਨਹੀਂ ਹਾਂ, ਜਾਂ ਪਰੇਸ਼ਾਨੀਆਂ ਤੋਂ ਮੁਕਤ ਨਹੀਂ ਹਾਂ। ਉਹਦਾ ਕਾਰਨ ਕਿ ਅਜੇ ਸਾਨੂੰ ਕੁਝ ਹੋਰ ਚਾਹੀਦਾ ਹੈ, ਜਿਹਦੇ ਨਾਲ ਸਾਡੀਆਂ ਉਹ ਪਰੇਸ਼ਾਨੀਆਂ ਮੁਕਤ ਹੋ ਜਾਣ। ਉਹ ਜਿਹੜੀਆਂ ਪਰੇਸ਼ਾਨੀਆਂ ਮੁਕਤ ਹੋਣਗੀਆਂ ਨਾ, ਉਦੋਂ ਮੁਕਤ ਹੋਣਗੀਆਂ ਜਦੋਂ ਸਾਡੀ ਜੀ ਦੀ ਖੁਰਾਕ ਸਾਨੂੰ ਮਿਲੇਗੀ। ਇੱਕ ਸਰੀਰ ਦੀ ਖੁਰਾਕ ਹੈ, ਜਿਹਦੇ ਕਰਕੇ ਸਰੀਰ ਜਿਉਂਦਾ ਰਹਿੰਦਾ ਹੈ। ਸਰੀਰ ਦਾ ਤੰਦਰੁਸਤ ਰਹਿਣਾ ਬੜਾ ਜ਼ਰੂਰੀ ਹੈ, ਸਰੀਰ ਨੂੰ ਖੁਰਾਕ ਦੀ ਲੋੜ ਹੈ, ਚਾਹੀਦੀ ਹੈ। ਲੇਕਿਨ ਸਰੀਰ ਦੇ ਅੰਦਰ ਸਾਡਾ ਇੱਕ ਜੀ ਹੈ, ਉਹ ਜਿਹਨੂੰ ਜੀ ਦਾ ਜੀਵਨ ਕਹਿੰਦੇ ਆ। ਸਰੀਰ ਤਾਂ ਸਦਾ ਨਹੀਂ ਰਹਿਣਾ, ਸਰੀਰ ਅੱਜ ਹੈ, ਕੁਝ ਚਿਰ ਬਾਅਦ ਇਹ ਬਿਰਧ ਹੋਏਗਾ। ਆਖਰ ਸਮੇਂ ਦੇ ਅਨੁਸਾਰ ਆਪਾਂ ਦੇਖਦੇ ਹਾਂ, ਸਾਡੇ ਦੇਖਦਿਆਂ ਕਿੰਨੀ ਦੁਨੀਆ ਚਲੀ ਗਈ ਹੈ, ਚਲੇ ਜਾ ਰਹੇ ਨੇ ਲੋਕ, ਹੋਰ ਚਲੇ ਜਾਣਗੇ। ਸਰੀਰ ਤਾਂ ਇੱਕ ਸਾਧਨ ਮਿਲਿਆ, ਸਰੀਰ ਤਾਂ ਮਿਲਿਆ ਅਸੀਂ ਜੀ ਦੇ ਜੀਵਨ ਨੂੰ ਮਾਣ ਸਕੀਏ, ਜੀ ਦੇ ਜੀਵਨ ਵਿੱਚ ਜਿਉ ਸਕੀਏ। ਬਿਲਕੁਲ ਜਿਵੇਂ ਘਰ ਜਿਹੜਾ ਹੈ ਨਾ, ਉਹ ਤੇ ਇੱਕ ਸਹੂਲਤ ਹੈ ਸਾਡੇ ਲਈ। ਘਰ ਦੇ ਵਿੱਚ ਰਹਿੰਦੇ ਹਾਂ, ਜੇ ਅਸੀਂ ਤੰਦਰੁਸਤੀ ਨਹੀਂ ਆ ਜਾਂ ਰੋਗੀ ਆਪਾਂ, ਤੇ ਫਿਰ ਘਰ ਥੋੜ੍ਹਾ ਸਾਡੇ ਰੋਗਾਂ ਨੂੰ ਦੂਰ ਕਰੇਗਾ। ਘਰ ਤਾਂ ਇੱਕ ਰਹਿਣ ਲਈ ਥਾਂ ਹੈ, ਠੰਡ ਤੋਂ ਗਰਮੀ ਤੋਂ ਬਚਣ ਦੇ ਲਈ ਇੱਕ ਸਾਧਨ ਹੈ ਘਰ। ਘਰ ਦੇ ਅੰਦਰ ਜਿਹੜੇ ਮਨੁੱਖ ਰਹਿੰਦੇ ਉਹ ਤੰਦਰੁਸਤ ਹੋਣੇ ਚਾਹੀਦੇ ਨੇ। ਉਹਨਾਂ ਦੀ ਤੰਦਰੁਸਤੀ ਲਈ ਆਪਾਂ ਇਹ ਥੋੜ੍ਹਾ ਕਹਿੰਦੇ ਘਰ ਹੈ ਤੇ ਕੰਮ ਚੱਲ ਜਾਏਗਾ, ਜਾਂ ਘਰ ਨੂੰ ਹੀ ਆਪਾਂ ਪੇਂਟ ਕਰੀ ਜਾਈਏ, ਜੀ ਆਪਾਂ ਪਰੇਸ਼ਾਨ ਆ ਘਰ ਨੂੰ ਪੇਂਟ ਕਰੀ ਜਾਓ, ਜਾਂ ਘਰ ਨੂੰ ਹੀ ਹੋਰ ਸਵਾਰੀ ਜਾਓ। ਘਰ ਨੂੰ ਸਵਾਰਨਾ ਇੱਕ ਅਲੱਗ ਮਸਲਾ ਹੈ ਦੁਨੀਆ 'ਚ ਰਹਿਣ ਦੇ ਲਈ। ਲੇਕਿਨ ਜੇ ਅਸੀਂ ਪਰੇਸ਼ਾਨ ਹਾਂ, ਸਰੀਰਕ ਤੌਰ ਤੇ ਰੋਗੀ ਹਾਂ, ਤੇ ਉਹ ਘਰ ਨੂੰ ਸਵਾਰਿਆਂ ਥੋੜ੍ਹਾ ਰੋਗ ਮਿਟੇਗਾ, ਉੱਥੇ ਸਾਨੂੰ ਸਰੀਰ ਦਾ ਇਲਾਜ ਕਰਨਾ ਪਏਗਾ। ਇੱਦਾਂ ਹੀ ਸਰੀਰ ਸਾਡਾ ਇੱਕ ਘਰ ਹੈ, ਜੀ ਦੇ ਰਹਿਣ ਦਾ ਇੱਕ ਟਿਕਾਣਾ ਹੈ। ਹੁਣ ਪਰੇਸ਼ਾਨ ਸਾਡਾ ਜੀ ਹੈ, ਅਸੀਂ ਸੋਚਦੇ ਵਧੀਆ ਕੱਪੜੇ ਪਾਵਾਂਗੇ ਸੁਖੀ ਹੋ ਜਾਵਾਂਗੇ, ਵਧੀਆ ਗੱਡੀਆਂ ਹੋਣਗੀਆਂ ਸੁਖੀ ਹੋ ਜਾਵਾਂਗੇ, ਜਾਂ ਵਧੀਆ ਸਾਡੇ ਕੋਲ ਖਾਣ ਪੀਣ ਪਹਿਨਣ ਦੇ ਪਦਾਰਥ ਹੋਣਗੇ, ਬੜੇ ਰੁਤਬੇ ਹੋਣਗੇ, ਸੁਖੀ ਹੋ ਜਾਵਾਂਗੇ। ਇਹ ਵੀ ਲੋੜਾਂ ਨੇ ਸਾਡੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਸੁਖੀ ਹੋਣ ਦੇ ਲਈ ਨਹੀਂ ਹੈ। ਇਹ ਜੇ ਰੁਤਬੇ ਨੇ ਜਾਂ ਪਦਾਰਥ ਨੇ, ਇਹਨਾਂ ਦਾ ਇੱਕ ਵੱਖਰਾ ਮਸਲਾ ਹੈ। ਜ਼ਿੰਦਗੀ 'ਚ ਚਾਹੀਦੀਆਂ ਨੇ ਇਹ ਚੀਜ਼ਾਂ, ਸਮਾਜ 'ਚ ਰਹਿੰਦਿਆਂ ਇਹਨਾਂ ਚੀਜ਼ਾਂ ਦੀ ਲੋੜ ਹੈ। ਪਰ ਜੇ ਅਸੀਂ ਅੰਦਰੋਂ ਪਰੇਸ਼ਾਨ ਹੈ, ਤੇ ਉਹ ਇਹ ਬਾਹਰੋਂ ਜਿਵੇਂ ਘਰ ਨੂੰ ਪੇਂਟ ਕੀਤੀਆਂ ਸਰੀਰ ਦੇ ਰੋਗ ਨਹੀਂ ਦੂਰ ਹੋਣੇ, ਇਵੇਂ ਸਰੀਰ ਤੇ ਕੀਮਤੀ ਕੱਪੜੇ ਪਾਇਆ ਜਾਂ ਸਰੀਰ ਨੂੰ ਲਿੰਬਿਆਂ ਪੋਚਿਆਂ ਕੋਈ ਸਾਡੇ ਮਨ ਦੇ ਰੋਗ ਨਹੀਂ ਦੂਰ ਹੋਣੇ। ਮਨ ਦੇ ਰੋਗਾਂ ਨੂੰ ਦੂਰ ਕਰਨ ਲਈ ਤੇ ਮਨ ਦਾ ਇਲਾਜ ਕਰਨਾ ਪਏਗਾ। ਮਨ ਦੇ ਰੋਗਾਂ ਨੂੰ, ਜੀ ਦੇ ਰੋਗਾਂ ਨੂੰ ਦੂਰ ਕਰਨ ਲਈ ਤੇ ਜੀ ਦੀ ਖੁਰਾਕ ਦੀ ਲੋੜ ਹੈ। ਸਰੀਰਕ ਤੌਰ ਤੇ ਤੁਸੀਂ ਪਰੇਸ਼ਾਨ ਹੋ, ਸਰੀਰ ਨੂੰ ਖੁਰਾਕ ਦੀ ਲੋੜ ਹੈ, ਸਰੀਰ ਨੂੰ ਦਵਾਈ ਦੀ ਲੋੜ ਹੈ। ਉੱਥੇ ਸਰੀਰ ਦੀ ਜਿੱਥੇ ਦਵਾਈ ਦੀ ਲੋੜ, ਉੱਥੇ ਡਾਕਟਰ ਦੀ ਲੋੜ ਹੈ। ਪਰ ਜੀ ਕਰਕੇ ਤੁਸੀਂ ਜੇ ਪਰੇਸ਼ਾਨ ਹੋ, ਤੇ ਉੱਥੇ ਵੀ ਕਿਸੇ ਖੁਰਾਕ ਦੀ ਲੋੜ ਹੈ। ਉਹ ਖੁਰਾਕ ਹੈ ਪਰਮਾਤਮਾ ਦਾ ਪਿਆਰ, ਉਹ ਖੁਰਾਕ ਹੈ ਗੁਰਬਾਣੀ ਦਾ ਗਿਆਨ। ਉਹ ਜਦੋਂ ਅੰਦਰੋਂ ਅਸੀਂ ਗਿਆਨਵਾਨ ਹੋਵਾਂਗੇ ਨਾ,
ਅੰਦਰੋਂ ਅਸੀਂ ਅਵੇਅਰ ਹੋਵਾਂਗੇ, ਅੰਦਰੋਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ। ਜਿਉਂ-ਜਿਉਂ ਪ੍ਰਮਾਤਮਾ ਦੇ ਪਿਆਰ ਜੁੜਾਂਗੇ, ਅੰਦਰੋਂ ਅਸੀਂ ਬੁਰਾਈਆਂ ਤੋਂ ਮੁਕਤ ਹੁੰਦੇ ਜਾਵਾਂਗੇ। ਜਿਉਂ-ਜਿਉਂ ਪ੍ਰਮਾਤਮਾ ਦੇ ਪਿਆਰ ਨਾਲ ਜੁੜਾਂਗੇ, ਸਾਡੇ ਅੰਦਰ ਰੱਬੀ ਗੁਣ ਆਉਂਦੇ ਜਾਣਗੇ। ਜਿਉਂ-ਜਿਉਂ ਪ੍ਰਮਾਤਮਾ ਨੂੰ ਦਿਲ ਕਰਕੇ, ਇੱਕ ਹੁੰਦਾ ਮੁਖ ਤੋਂ ਜਪਣਾ, ਮੁਖ ਤੋਂ ਜਪਣ ਵਾਲੇ ਬਹੁਤ ਨੇ ਮੇਰੇ ਵਰਗੇ ਆਲੇ ਦੁਆਲੇ। ਮੁਖ ਤੋਂ ਜਪਣਾ ਵੀ ਜ਼ਰੂਰੀ ਹੈ, ਇਹ ਪਹਿਲਾ ਪੜਾਅ ਹੈ, ਪਰ ਮੁਖ ਤੋਂ ਜਪਣਾ ਹੀ ਸਭ ਕੁਝ ਨਹੀਂ ਹੈ। ਮੁਖ ਤੋਂ ਜਪਦੇ ਆ ਜਦੋਂ ਮਨ ਸਾਡਾ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਏ। ਮੁਖ ਜਪੇ ਜਾਂ ਨਾ ਜਪੇ, ਪਰ ਮਨ ਜਪੇ ਹਰ ਵੇਲੇ, ਵਾਹਿਗੁਰੂ ਜੀ ਦੇ ਪਿਆਰ ਜੁੜਿਆ ਰਹੇ। ਜਦੋਂ ਅਸੀਂ ਮਨ ਕਰਕੇ ਪ੍ਰਮਾਤਮਾ ਦੇ ਪਿਆਰ ਜੁੜ ਗਏ, ਉਦੋਂ ਸਾਡੇ ਅੰਦਰ ਰੱਬੀ ਗੁਣ ਆਉਂਦੇ ਜਾਣਗੇ। ਮਨ ਸਾਡਾ ਪ੍ਰਮਾਤਮਾ ਵਾਲੇ ਬੰਨੇ ਲੱਗ ਗਿਆ, ਸੁਰਤ ਸਾਡੀ ਪ੍ਰਮਾਤਮਾ ਵਾਲੇ ਬੰਨੇ ਲੱਗ ਗਈ, ਸਾਡੇ ਅੰਦਰ ਉਹ ਪ੍ਰਮਾਤਮਾ ਦੇ ਗੁਣਾਂ ਦਾ ਅਸਰ ਪੈਣਾ ਸ਼ੁਰੂ ਹੋ ਜਾਏਗਾ। ਅੰਦਰੋਂ ਬੁਰਾਈਆਂ ਆਪਣੇ ਆਪ ਮਿਟਣੀਆਂ ਸ਼ੁਰੂ ਹੋ ਜਾਣਗੀਆਂ। ਐਵੇਂ ਕਹਿ ਲਓ, ਮੈਲ ਆਪਣੇ ਆਪ ਲੱਥਣੀ ਸ਼ੁਰੂ ਹੋ ਜਾਏਗੀ। ਜਦੋਂ ਅਸੀਂ ਪਾਣੀ 'ਚ ਵੜ ਗਏ ਨਾ, ਫਿਰ ਸਾਨੂੰ ਠੰਡ ਮਿਲਣੀ ਸ਼ੁਰੂ ਹੋ ਜਾਏਗੀ, ਸਾਡੇ ਤੋਂ ਮਿੱਟੀ ਘੱਟਾ ਲੱਥਣਾ ਸ਼ੁਰੂ ਹੋ ਜਾਏਗਾ। ਜਦੋਂ ਸਾਡੀ ਸੁਰਤ ਪ੍ਰਮਾਤਮਾ ਦੇ ਪਿਆਰ 'ਚ ਲਿਵਲੀਨ ਹੋ ਗਈ, ਗੁਰੂ ਕੇ ਸ਼ਬਦ ਰਾਹੀਂ ਗਿਆਨਵਾਨ ਹੋ ਗਈ, ਅੰਦਰੋਂ ਫਿਰ ਸਾਨੂੰ ਠੰਡ ਮਿਲੇਗੀ। ਅੰਦਰੋਂ ਸਾਡੇ ਇਹ ਬੁਰਾਈਆਂ ਮਿਟਣਗੀਆਂ, ਸਾਡੇ ਅੰਦਰ ਰੱਬੀ ਗੁਣ ਆਉਣਗੇ। ਬਸ ਉਹ ਰੱਬੀ ਗੁਣ ਆਉਂਦਿਆਂ ਆਉਂਦਿਆਂ ਇਹ ਮਨੁੱਖ ਦਾ ਮਨ ਜਿਹੜਾ ਨਾ ਆਪਣੇ ਅਸਲ ਟਿਕਾਣੇ ਤੇ ਪਹੁੰਚ ਜਾਏਗਾ, ਅਸਲੀ ਰੂਪ, ਜਿਹਨੂੰ ਸਹਿਜ ਕਿਹਾ ਜਾਂਦਾ ਹੈ। ਸਹਿਜ ਦਾ ਅਰਥ ਹੈ ਆਤਮਾ ਦਾ ਅਸਲੀ ਰੂਪ। ਜਿਹੜਾ ਮਨ ਉੱਥੇ ਪਹੁੰਚ ਜਾਏਗਾ, ਉਹਨੂੰ ਜਾਣ ਜਾਏਗਾ। ਸਤਿਗੁਰੂ ਜੀ ਕਹਿੰਦੇ ਪਰ ਇਹ ਦਾਤ ਮਿਲਦੀ ਪੂਰੇ ਗੁਰੂ ਪਾਸੋਂ। ਪੂਰਾ ਗੁਰੂ ਸਾਨੂੰ ਜੀ ਦਾਨ ਦਿੰਦਾ, ਜੀ ਦਾ ਜੀਵਨ। ਅਸੀਂ ਜੀ ਦਾ ਸੁੱਖ ਕਿਵੇਂ ਮੰਨਣਾ? ਬਾਕੀ ਚੀਜ਼ਾਂ ਦੇਣ ਵਾਲੇ ਬਹੁਤ ਨੇ, ਕਿਉਂਕਿ ਜੀ ਦੇ ਜੀਵਨ ਦਾ ਗਾਹਕ ਤਾਂ ਕੋਈ ਵਿਰਲਾ ਹੀ ਹੈ ਨਾ। ਗਿਆਨ ਨਹੀਂ ਹੈ ਨਾ ਮਨੁੱਖ ਨੂੰ, ਨਾ ਗਿਆਨ ਦਿੱਤਾ ਹੀ ਜਾਂਦਾ, ਨਾ ਬਹੁਤ ਜ਼ਿਆਦਾਤਰ ਮਨੁੱਖ ਗਿਆਨ ਲੈਣਾ ਚਾਹੁੰਦਾ। ਇਸ ਕਰਕੇ ਗਿਆਨ ਨਾ ਹੋਣ ਕਰਕੇ ਮਨੁੱਖ ਸੋਚਦਾ ਫਲਾਣੇ ਥਾਂ ਮੱਥਾ ਟੇਕੋ, ਆ ਕਾਮਨਾ ਪੂਰੀ ਹੋਏਗੀ, ਫਲਾਣੇ ਥਾਂ ਚੱਲ ਜਾਓ। ਅਸੀਂ ਤੇ ਗੁਰਦੁਆਰਿਆਂ ਦੇ ਨਾਂ ਤੇ ਵੀ ਇਹੋ ਜਿਹੇ ਭਰਮ ਖੜੇ ਕਰ ਲਏ ਕਿ ਫਲਾਣੇ ਗੁਰਦੁਆਰੇ ਬਹੁਤੀ ਅਰਦਾਸ ਸੁਣੀ ਜਾਂਦੀ ਆ, ਉੱਥੇ ਇੰਨੇ ਦਿਨ ਜਾਓ ਨੰਗੇ ਪੈਰੀ, ਉੱਥੇ ਬਹੁਤ ਕੁਝ ਮਿਲਦਾ, ਭੀੜਾਂ ਹੀ ਲੱਗੀਆਂ ਹੁੰਦੀਆਂ ਨੇ ਉੱਥੇ। ਤੇ ਉੱਥੇ ਕੋਈ ਸਾਰੇ ਕੋਈ ਜਗਿਆਸੂ ਨਹੀਂ ਜਾਂਦੇ, ਸੰਸਾਰਕ ਲੋੜਾਂ ਵਾਲੇ ਲੋਕ ਜਾਂਦੇ ਨੇ। ਇਹ ਜ਼ਰੂਰੀ ਨਹੀਂ ਕਿ ਉੱਥੇ ਹੀ ਸੰਸਾਰਕ ਲੋੜਾਂ ਪੂਰੀਆਂ ਹੁੰਦੀਆਂ ਨੇ। ਸੰਸਾਰਕ ਲੋੜਾਂ ਤੁਹਾਡੀਆਂ ਕਿਤੇ ਵੀ ਪੂਰੀਆਂ ਹੋ ਸਕਦੀਆਂ ਨੇ, ਜਿੱਥੇ ਵੀ ਤੁਸੀਂ ਮਨ ਕਰਕੇ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਉਦਮ ਕਰ ਲੋਗੇ, ਤੁਹਾਡੀਆਂ ਉੱਥੇ ਹੀ ਲੋੜਾਂ ਪੂਰੀਆਂ ਸ਼ੁਰੂ ਹੋ ਜਾਣਗੀਆਂ। ਲੇਕਿਨ ਕਿਉਂਕਿ ਦੁਨੀਆ 'ਚ ਇੱਕ ਭਰਮ ਬਣ ਜਾਂਦਾ ਹੈ ਨਾ, ਦੁਨੀਆ ਭਰਮ ਦੀ ਪੁਜਾਰੀ ਹੈ, ਧਰਮ ਦੀ ਪੁਜਾਰੀ ਨਹੀਂ ਹੈ। ਧਰਮ ਦੇ ਨਾਂ ਤੇ ਬਹੁਤਾ ਭਰਮ ਨੂੰ ਪੂਜਿਆ ਜਾ ਰਿਹਾ ਹੈ, ਬਹੁਤੇ ਭਰਮ ਹੀ ਪਾਲੇ ਜਾ ਰਹੇ ਨੇ, ਔਰ ਭਰਮ ਦੇ ਨਾਂ ਤੇ ਖੁਸ਼ ਬੜੇ ਆਪਾਂ ਹੁੰਨੇ ਹਾਂ। ਬਣਾਉਟੀ ਜੀ ਚੀਜ਼ ਮਿਲ ਜਾਏ ਆਪਾਂ ਬੜੇ ਪ੍ਰਸੰਨ ਹੁੰਨੇ ਹਾਂ। ਅਸਲ ਨਕਲ ਦੀ ਪਹਿਚਾਣ ਸਾਰਿਆਂ ਨੂੰ ਨਹੀਂ ਨਾ। ਸਤਿਗੁਰੂ ਜੀ ਨੇ ਤੇ ਬਹੁਤ ਚਿਰ ਪਹਿਲਾਂ ਇਹ ਗੱਲ ਕਹੀ ਸੀ, ਸੁਣ ਮੁੰਦੇ ਹਰਨ ਆਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸੰਜਾਣ ਕੇ ਤਾਂ ਕੀਚੇ ਵਾਹ ਪਾਰ। ਕਹਿਣ ਲੱਗੇ ਕਿ ਇਹ ਜੀਵ ਰੂਪੀ ਇਸਤਰੀ ਏ, ਸੋਹਣੇ ਨੇਤਰਾਂ ਵਾਲੀ, ਸੋਹਣੇ ਸਰੂਪ ਵਾਲੀ, ਅਕਲ ਵਾਲੀ ਜੀਵ ਰੂਪੀ ਇਸਤਰੀ ਏ। ਇੱਕ ਬੜੀ ਗੂੰਜੀ ਰਮਜ ਦੀ ਗੱਲ, ਗੂੜੀ ਰਮਜ ਦੀ ਗੱਲ ਸੁਣ ਲਿਆ। ਉਹ ਹੈ ਕਿ ਤੂੰ ਜ਼ਿੰਦਗੀ 'ਚ ਵਿਚਰਨਾ, ਪਹਿਲਾਂ ਵਸਤ ਸੰਜਾਣ ਕਹਿ ਤਾਂ ਕੀਚੇ ਵਾਪਾਰ। ਤੂੰ ਪਹਿਲਾਂ ਵਸਤੂ ਨੂੰ ਪਰਖ ਤੇ ਉਦੋਂ ਬਾਅਦ ਵਿਆਜ। ਅਸੀਂ ਬਾਜ਼ਾਰ ਜਾਂਦੇ ਹਾਂ, ਕੱਲੀ ਚਮਕ ਦਮਕ ਨਹੀਂ ਦੇਖਦੇ, ਕੁਆਲਿਟੀ ਵੀ ਦੇਖਦੇ ਹਾਂ ਕਿ ਇਹ ਚੀਜ਼ ਕਿਤੇ ਨਕਲੀ ਨਾ ਨਿਕਲ ਆਏ, ਧੋਖਾ ਹੀ ਨਾ ਹੋ ਜਾਏ ਕਿਤੇ। ਤੇ ਸਤਿਗੁਰੂ ਜੀ ਕਹਿੰਦੇ ਜੀਵਨ 'ਚ ਵਿਚਰਦਿਆਂ ਵੀ ਕਿਤੇ ਧੋਖੇ 'ਚ ਨਾ ਆ ਜਾਇਓ। ਐਵੇਂ ਜਿੱਧਰ ਭੀੜ ਲੱਗੀ ਉੱਧਰ ਹੀ ਨਾ ਤੁਰ ਪਿਓ। ਜ਼ਰੂਰੀ ਨਹੀਂ ਕਿ ਭੀੜ ਵਿੱਚ ਧਰਮ ਹੁੰਦਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਜੇ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀਤੇ ਚੜ ਰਿਓ ਕਬੀਰ। ਗਿਆਨਵਾਨਾਂ ਦੀ ਕਦੀ ਵੀ ਭੀੜ ਧਰਤੀ ਤੇ ਲੱਗੀ ਨਹੀਂ ਹੈ ਤੇ ਨਾ ਲੱਗਣੀ ਹੈ। ਕਦੀ ਵੀ ਭੀੜ ਨਹੀਂ ਲੱਗਣੀ ਗਿਆਨਵਾਨਾਂ ਦੀ। ਭੀੜ ਹਮੇਸ਼ਾ ਹੀ ਕਰਮਕਾਂਡੀਆਂ ਦੀ ਹੁੰਦੀ ਹੈ। ਭੀੜ ਹਮੇਸ਼ਾ ਹੀ ਭਰਮ ਭੁਲੇਖਿਆਂ 'ਚ ਪੈਣ ਵਾਲਿਆਂ ਦੀ ਹੁੰਦੀ ਹੈ। ਔਰ ਦੁਨੀਆ ਭਰਮ ਭੁਲੇਖੇ 'ਚ ਪੈ ਕੇ ਬੜੀ ਖੁਸ਼ ਹੁੰਦੀ, ਕੁਝ ਚਿਰ ਲਈ, ਪਰ ਹੁੰਦੀ ਦੁਖੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਦੋਂ ਗੁਰੂ ਕੋਲ ਆਏ, ਗੁਰੂ ਨੇ ਸਾਨੂੰ ਪ੍ਰਾਣ ਦਾਨ ਦੇ ਦਿੱਤਾ। ਪ੍ਰਾਣ ਦਾਨ ਗੁਰ ਪੂਰੈ ਦੀਓ। ਪੂਰੇ ਸਤਿਗੁਰੂ ਜੀ ਨੇ ਸਾਨੂੰ ਜੀ ਦਾ ਜੀਵਨ ਦੇ ਦਿੱਤਾ, ਸਾਨੂੰ ਜੀ ਦਾ ਗਿਆਨ ਦੇ ਦਿੱਤਾ, ਜੀ ਦਾ ਜੋ ਅਸਲੀ ਸੁਭਾਅ ਸੀ ਉਹ ਸਾਨੂੰ ਦੱਸ ਦਿੱਤਾ। ਹੁਣ ਜਦੋਂ ਸਾਨੂੰ ਜੀ ਦੀ ਖੁਰਾਕ ਮਿਲ ਗਈ, ਫਿਰ ਕੀ ਹੋਇਆ? ਉਰਝਾਇਓ ਜਿਉਂ ਜਲ ਮੀਨਾ। ਤੇ ਮੇਰਾ ਇਹ ਮਨ ਜਿਹੜਾ ਹੈ ਨਾ ਪ੍ਰਮਾਤਮਾ 'ਚ ਇਵੇਂ ਲੀਨ ਹੋ ਗਿਆ, ਉਲਝ ਗਿਆ। ਜੇ ਮੱਛੀ ਨਹੀਂ ਪਾਣੀ ਵਿੱਚ ਹੁੰਦੀ, ਮੱਛੀ ਪਾਣੀ ਦੇ ਵਿੱਚ ਹੀ ਤੁਰੀ ਫਿਰਦੀ ਹੈ, ਪਾਣੀ ਤੋਂ ਬਾਹਰ ਆ ਕੇ ਉਹ ਤੜਫਦੀ ਹੈ, ਮਰ ਜਾਂਦੀ ਹੈ। ਮੈਂ ਵੀ ਪ੍ਰਮਾਤਮਾ ਦੇ ਪਿਆਰ 'ਚ ਇਵੇਂ ਜੁੜ ਗਿਆ ਜਿਵੇਂ ਮੱਛੀ ਪਾਣੀ ਵਿੱਚ ਲਿਵਲੀਨ ਰਹਿੰਦੀ ਹੈ। ਪਰ ਹੋਇਆ ਕਦੋਂ?
ਜਦੋਂ ਪੂਰੇ ਗੁਰੂ ਨੇ ਮੈਨੂੰ ਗਿਆਨ ਪ੍ਰਦਾਨ ਕੀਤਾ, ਜੀ ਦਾਨ ਬਖਸ਼ਿਸ਼ ਕੀਤਾ। ਜੀ ਦਾ ਦਾਨ ਗਿਆਨ ਹੀ ਹੈ, ਆਤਮਿਕ ਗਿਆਨ ਹੀ ਹੈ। ਸਤਿਗੁਰੂ ਜੀ ਨੇ ਬਚਨ ਕਿ ਜਦੋਂ ਮੈਂ ਗੁਰੂ ਕੋਲ ਆਇਆ, ਗੁਰੂ ਨੇ ਪ੍ਰਾਣ ਦਾਨ ਦਿੱਤਾ, ਫਿਰ ਕੀ ਹੋਇਆ? ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ। ਮੈਂ ਗੁਰੂ ਕੋਲ ਆ ਕੇ ਨਾ ਇਹ ਕਾਮ ਕ੍ਰੋਧ ਲੋਭ ਮੋਹ ਈਰਖਾ ਨਿੰਦਾ ਸਭ ਕੁਝ ਗੁਰੂ ਦੇ ਅੱਗੇ ਰੱਖ ਦਿੱਤਾ। ਗੁਰੂ ਨੂੰ ਦਾਨ ਵਜੋਂ ਦੇ ਦਿੱਤਾ, ਸਭ ਕੁਝ ਮੈਂ ਭੇਟਾ ਦੇ ਦਿੱਤੀ ਗੁਰੂ ਨੂੰ। ਗੁਰੂ ਨੂੰ ਦੇ ਦਰ ਤੋਂ ਜੇ ਅਸੀਂ ਸੁੱਖ ਮੰਨਣਾ, ਆਨੰਦ ਮੰਨਣਾ, ਠੀਕ ਹੈ, ਦੁਨਿਆਵੀ ਪਦਾਰਥ ਵਾਹਿਗੁਰੂ ਜੀ ਨੇ ਸਾਨੂੰ ਦਿੱਤੇ ਨੇ, ਤੇ ਗੁਰੂ ਸਥਾਨ ਮਾਇਆ ਨਾਲ ਹੀ ਚੱਲਦੇ ਨੇ, ਜਾਂ ਧਾਰਮਿਕ ਕਾਰਜਾਂ ਲਈ ਵੀ ਮਾਇਆ ਦੀ ਲੋੜ ਹੁੰਦੀ। ਜੇ ਆਪਾਂ ਲੋਕਾਂ ਦੇ ਪਰਉਪਕਾਰ ਕਰਨਾ ਤਾਂ ਵੀ ਲੋੜ ਹੈ ਮਾਇਆ ਦੀ। ਰੱਬ ਦੀਆਂ ਦਿੱਤੀਆਂ ਦਾਤਾਂ ਚੋਂ ਸੰਸਾਰਕ ਪਦਾਰਥ ਗੁਰੂ ਨੂੰ ਦੇਣੇ, ਇਹ ਤੇ ਇੱਕ ਦੁਨਿਆਵੀ ਸੇਵਾ ਹੈ। ਅਸੀਂ ਗੁਰੂ ਦੀ ਗੋਲਕ 'ਚ ਇਸ ਕਰਕੇ ਆ ਕੇ ਮਾਇਆ ਪਾਉਂਦੇ ਹਾਂ। ਜਿਸ ਚੀਜ਼ ਦੇ ਨਾਲ ਸਾਡਾ ਪਿਆਰ ਹੁੰਦਾ ਹੈ ਨਾ, ਅਸੀਂ ਉਹ ਚੀਜ਼ ਗੁਰੂ ਨੂੰ ਅਰਪਣ ਕਰਦੇ ਹਾਂ। ਮਾਇਆ ਨਾਲ ਪਿਆਰ ਹੈ ਸਾਡਾ, ਅਸੀਂ ਮਾਇਆ ਅਰਪਣ ਕਰਦੇ ਹਾਂ। ਇਹ ਮਾਇਆ ਅਰਪਣ ਇਸ ਲਈ ਕਰਦੇ ਹਾਂ ਕਿ ਮਾਇਆ ਅਰਪਣ ਕਰਦਿਆਂ ਸਾਨੂੰ ਆਪਣਾ ਆਪ ਅਰਪਣ ਕਰਨ ਦੀ ਜਾਚ ਆ ਜਾਏ। ਸਾਨੂੰ ਆਪਣਾ ਆਪ ਅਰਪਣ ਕਰਨ ਦੀ ਜਾਚ ਆ ਜਾਏ। ਅੱਜ ਮਾਇਆ ਅਰਪਣ ਕਰ ਰਹੇ ਹਾਂ, ਕੱਲ ਨੂੰ ਆਪਣਾ ਹੰਕਾਰ ਹੀ ਅਰਪਣ ਕਰ ਦਈਏ, ਕੱਲ ਨੂੰ ਆਪਣੇ ਵਿਕਾਰ ਅਰਪਣ ਕਰ ਦਈਏ, ਇਹ ਬੁਰਾਈਆਂ ਅਰਪਣ ਕਰ ਦਈਏ। ਪਰ ਇਹ ਤਾਂ ਕੋਈ ਵਿਰਲਾ ਹੀ ਅਰਪਣ ਕਰਦਾ, ਕਰਨ ਲਈ ਤਿਆਰ ਹੀ ਨਹੀਂ ਹੈ। ਗੁਰੂ ਦੇ ਕੋਲ ਆ ਕੇ ਸਗੋਂ ਅਸੀਂ ਜੇ ਕੋਈ ਸੇਵਾ ਕੀਤੀ ਨਾ, ਦੂਜਿਆਂ ਦਾ ਹੰਕਾਰ ਵੀ ਚੁੱਕ ਕੇ ਨਾਲ ਹੀ ਲੈ ਜਾਂਦੇ ਹਾਂ ਕਿ ਮੈਂ ਬੜਾ ਵੱਡਾ ਦਾਨੀ ਹਾਂ। ਦਾਨੀਆਂ ਦੀਆਂ ਲਿਸਟਾਂ ਲੱਗੀਆਂ ਹੁੰਦੀਆਂ ਨੇ, ਕਈ ਥਾਂ ਤੇ ਜਾਓ ਪੈਰਾਂ 'ਚ ਹੀ ਨਾਂ ਲਿਖੇ ਹੁੰਦੇ ਦਾਨੀਆਂ ਦੇ, ਪੱਖੀਆਂ ਤੇ ਨਾਂ ਲਿਖੇ ਹੁੰਦੇ, ਪਤਾ ਨਹੀਂ ਕਿੱਥੇ ਕਿੱਥੇ ਲਿਖੇ ਹੁੰਦੇ ਨੇ। ਉਹ ਅਸੀਂ ਬਜਾਏ ਇਹਦੇ ਕਿ ਆਪਣਾ ਆਪ ਗੁਰੂ ਨੂੰ ਅਰਪਣ ਕਰੀਏ, ਅਸੀਂ ਤੇ ਇੱਥੋਂ ਹੋਰ ਹੰਕਾਰ ਚੁੱਕ ਕੇ ਲੈ ਗਏ। ਇੱਥੇ ਤੇ ਹੰਕਾਰ ਛੱਡਣਾ ਸੀ, ਇੱਥੇ ਤੇ ਹੰਕਾਰ ਤਿਆਗਣਾ ਸੀ। ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਕੋਲ ਆਏ, ਗੁਰੂ ਨੇ ਦਾਨ ਦਿੱਤਾ, ਜੀ ਦਾਨ, ਤੇ ਉਹਦੇ ਬਦਲੇ ਮੈਂ ਗੁਰੂ ਨੂੰ ਕੀ ਦਿੱਤਾ? ਗੁਰੂ ਨੂੰ ਧਨ ਦੀ ਲੋੜ ਨਹੀਂ ਹੈ। ਧਨ ਤੇ ਅਸੀਂ ਗੁਰੂ ਕੋਲੋਂ ਮੰਗਦੇ ਹਾਂ। ਅਸੀਂ ਦੇਖੋ ਨਾ, ਕੁਝ ਕੁ ਪੈਸੇ ਦੇ ਕੇ ਨੇ ਸਾਡੀ ਅਰਦਾਸ ਕਰੋ, ਪ੍ਰਮਾਤਮਾ ਸਾਡੇ ਕਾਰੋਬਾਰ ਸਫਲ ਕਰ ਦੇਣ, ਸਾਡੀ ਆ ਕਾਮਨਾ ਪੂਰੀ ਹੋ ਜਾਏ, ਸਾਨੂੰ ਆ ਚੀਜ਼ ਮਿਲ ਜਾਏ। ਮੰਗਣਾ ਚਾਹੀਦਾ ਹੈ ਗੁਰੂ ਪਾਸੋਂ, ਕੋਈ ਹਰਜ ਨਹੀਂ ਹੈ। ਪਰ ਅਸੀਂ ਗੁਰੂ ਨੂੰ ਕੀ ਦੇ ਸਕਦੇ ਹਾਂ? ਜੋ ਕੁਝ ਗੁਰੂ ਨੇ ਸਾਨੂੰ ਦਿੱਤਾ, ਅਸੀਂ ਤੇ ਕੁਝ ਵੀ ਨਹੀਂ ਦੇ ਸਕਦੇ ਉਹਦੇ ਬਦਲੇ। ਇਹ ਧਨ ਗੁਰੂ ਦੀ ਭੇਟਾ ਨਹੀਂ ਹੈ। ਅਸੀਂ ਤੇ ਮਨ ਗੁਰੂ ਨੂੰ ਦੇ ਦਈਏ, ਇਹ ਭੇਟਾ ਹੈ ਗੁਰੂ ਦੀ। ਬਾਬਾ ਨਾਮਦੇਵ ਸਾਹਿਬ ਜੀ ਨੇ, ਸ਼ਾਇਦ ਬਾਬਾ ਰਵਿਦਾਸ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਕਿ ਅਸੀਂ ਕੀ ਭੇਟਾ ਕਰਾਂਗੇ ਪਰਮਾਤਮਾ ਨੂੰ। ਕੀ ਕੋਈ ਕਹਿੰਦਾ ਕਿ ਦੁੱਧ ਭੇਟ ਕਰ ਦਿਓ, ਕੋਈ ਕਹਿੰਦਾ ਫੁੱਲ ਭੇਟ ਕਰ ਦਿਓ, ਕੋਈ ਕਹਿੰਦਾ ਹੈ ਦੁਨਿਆਵੀ ਚੀਜ਼ਾਂ ਭੇਟ ਕਰ ਦਿਓ। ਤੇ ਭਗਤ ਜੀ ਕਹਿੰਦੇ ਨੇ, ਦੂਧ ਤਾਂ ਬਸ਼ਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਦੁੱਧ ਤਾਂ ਪਹਿਲਾਂ ਹੀ ਝੂਠਾ ਹੈ, ਉਹ ਆਪਾਂ ਗੁਰੂ ਨੂੰ ਕੀ ਭੇਟਾ ਕਰਨਾ? ਝੂਠੀਆਂ ਚੀਜ਼ਾਂ ਥੋੜ੍ਹਾ ਭੇਟਾ ਹੁੰਦੀਆਂ ਨੇ। ਦੁੱਧ ਝੂਠਾ ਹੈ, ਉਹ ਕਾਹਦੀ ਭੇਟ ਹੋਈ? ਜੇ ਆਪਾਂ ਕਹੀਏ ਜੀ ਫੁੱਲ, ਆਪਾਂ ਦੇਖਦੇ ਕਈ ਘਰ 'ਚ ਤੇ ਉਗਾਉਂਦੇ ਨੇ, ਇਹ ਦੁੱਧ ਦੇਖਣਗੇ ਲੋਕਾਂ ਦੇ ਤੋੜ ਕੇ ਲਈ ਆਉਣਗੇ ਕਿ ਅਸੀਂ ਗੁਰਦੁਆਰੇ ਫੁੱਲ ਭੇਟਾ ਕਰਨੇ ਨੇ। ਫੁੱਲ ਚੜਾਉਣ ਦਾ ਸ਼ੌਂਕ ਹੈ ਤੇ ਫੁੱਲ ਲਾਉਣੇ ਵੀ ਚਾਹੀਦੇ ਨੇ ਸਾਨੂੰ। ਫੁੱਲ ਲਾਉਣਾ ਇੱਕ ਬੜੀ ਖੁਸ਼ਕਿਸਮਤੀ ਗੱਲ ਹੁੰਦੀ। ਬੂਟੇ ਲਾਉਣਾ ਇੱਕ ਬੜੀ ਭਾਗਾਂ ਵਾਲਿਆਂ ਨੂੰ ਦਾਤ ਪ੍ਰਾਪਤ ਹੁੰਦੀ ਹੈ, ਕੋਈ ਆਮ ਬੰਦੇ ਨੂੰ ਨਹੀਂ ਹੁੰਦੀ। ਕਿ ਜਿਵੇਂ ਕਿਸੇ ਬੱਚੇ ਨੂੰ ਪਾਲਣਾ ਇੱਕ ਬੜਾ ਪੁੰਨ ਹੈ ਨਾ, ਕਿਸੇ ਬੂਟੇ ਨੂੰ ਪਾਲਣਾ ਉਦੋਂ ਜ਼ਿਆਦਾ ਪੁੰਨ ਹੈ। ਇੱਕ ਬੱਚਾ ਤੇ ਕੇਵਲ ਪਰਿਵਾਰ ਨੂੰ ਹੀ ਸੁੱਖ ਦੇਵੇਗਾ, ਉਸੇ ਪਰਿਵਾਰ ਜੋਗਾ ਹੋਏਗਾ। ਤੁਸੀਂ ਇੱਕ ਬੂਟਾ ਲਗਾ ਦਿਓਗੇ ਤੇ ਕਈ ਲੋਕਾਂ ਨੂੰ ਸੁੱਖ ਹੋਏਗਾ, ਕਈ ਪੰਛੀ ਸੁੱਖ ਮਾਣਨਗੇ, ਠੰਡੀ ਛਾਂ ਮਾਣਨਗੇ, ਉੱਥੋਂ ਠੰਡੀ ਆਕਸੀਜਨ ਮਿਲੇਗੀ, ਕੀ ਕੁਝ ਮਿਲੇ, ਕਿੰਨੇ ਲੋਕਾਂ ਨੂੰ ਮਿਲੇਗਾ। ਦਰਖਤ ਲਾਉਣਾ ਸਭ ਤੋਂ ਵੱਡਾ ਪੁੰਨ ਹੈ। ਜੇ ਕਿਸੇ ਬੰਦੇ ਦਾ ਕਤਲ ਕਰ ਦੇਣਾ ਇੱਕ ਵੱਡਾ ਪਾਪ ਹੈ ਨਾ, ਤੇ ਦਰਖਤ ਵੱਢਣਾ ਉਦੋਂ ਤੋਂ ਵੱਡਾ ਕਈ ਗੁਣਾ ਪਾਪ ਹੈ। ਇਹ ਤੇ ਸਾਡੇ ਮੁਲਕ ਦੇ ਅੰਦਰ ਗੌਰਮੈਂਟਾਂ ਹੀ ਇਹੋ ਜਿਹੀਆਂ ਬਣਾਈਆਂ ਜਿਹੜੀਆਂ ਅਵੇਅਰ ਨਹੀਂ ਹੈ। ਨਹੀਂ ਤੇ ਵੈਸਟਰਨ ਕੰਟਰੀ 'ਚ ਦਰਖਤ ਵੱਢਣ ਦੀ ਸਜ਼ਾ ਹੈ ਬੰਦੇ ਨੂੰ। ਤੁਸੀਂ ਦਰਖਤ ਵੱਢ ਹੀ ਨਹੀਂ ਸਕਦੇ ਆਪਣੀ ਮਰਜ਼ੀ ਦੇ ਨਾਲ। ਇਹੀ ਕਾਰਨ ਉਹਨਾਂ ਲੋਕਾਂ ਦੀ ਖੁਸ਼ਹਾਲੀ ਦਾ, ਪ੍ਰਕਿਰਤੀ ਨੂੰ ਤਬਾਹ ਨਹੀਂ ਕਰਦੇ, ਉਹ ਪ੍ਰਕਿਰਤੀ ਨੂੰ ਪਿਆਰ ਕਰਦੇ ਨੇ। ਤੇ ਅਸੀਂ ਤੇ ਧਰਮ ਦੇ ਨਾਂ ਤੇ ਪ੍ਰਕਿਰਤੀ ਪੈਰਾਂ 'ਚ ਰੋਲੀ ਫਿਰਦੇ ਹਾਂ। ਦੇਖਦੇ ਨੇ ਫੁੱਲਾਂ ਦੀ ਵਰਖਾ ਕਰ ਕਰਕੇ ਪੈਰਾਂ 'ਚ ਹੀ ਫੁੱਲ ਰੋਲੀ ਜਾਂਦੇ, ਉਹਦੇ ਨਾਲ ਕੀ ਹੋ ਜਾਏਗਾ? ਉਹਨਾਂ ਕੋਲ ਬਹੁਤਾ ਸਤਿਕਾਰ ਹੁੰਦਾ ਗੁਰੂ ਦਾ। ਗੁਰੂ ਦੀ ਗੱਲ ਤਾਂ ਮੰਨਣ ਨੂੰ ਤਿਆਰ ਨਹੀਂ ਹੈ। ਗੁਰੂ ਦੇ ਦਰ ਤੇ ਹੰਕਾਰ ਦੇ ਗੁਬਾਰੇ ਵਾਂਗੂ ਅਸੀਂ ਫੁੱਲੇ ਫਿਰਦੇ, ਤੇ ਫੁੱਲ ਉੱਤੋਂ ਦੀ ਸੁੱਟੋ ਜੀ ਗੁਰੂ ਸਾਹਿਬ ਦੇ ਪੈਰਾਂ ਦੇ ਹੇਠ ਫੁੱਲ ਰੋੜਦੇ ਹੁੰਦੇ। ਅਸੀਂ ਕਰੋੜਾਂ ਰੁਪਈਆਂ ਦੇ ਫੁੱਲ ਬਰਬਾਦ ਕਰ ਦਿੰਦੇ ਹਾਂ, ਲਾਉਂਦੇ ਹੈ ਨਹੀਂ ਆਪਾਂ।
देखो जी थाईलैंड तो फुੱਲ मंगाए इस बारी, पता की कहते हैं, थाईलैंड तो इन्ने लखां दे फुੱਲ मंगाए। हैरानी की गल है, अपनी धरती ते जे फुੱਲ ही नहीं उगा सकते तो बाहरों मंगाउण दा लाभ की है तुहानूं? ये काहदा सत्कार होया कि थाईलैंड तो फुੱਲ मंगा के तुसीं वर्खा करो? ये अज्ञानता है, इनू तो अज्ञानता कहते हैं। बाबा रविदास साहब जी कहते हैं, दूध तां बछरे थनों बिटारियो, फूल भंवर जल मीन बेगारियो। ये फुੱਲ भी झूठे ने, फुੱਲਾਂ नाल कोई पूजा नहीं हो सकती रब की, ना गुरु की हो सकती। ये साडा एक भरम है बनाया होया कि फुੱਲਾਂ दे नाल बड़ा सत्कार हो जाएगा गुरु का। हाँ, सत्कार करने गुरु का, तो आप प्रकृति नूं प्यार करिए। गुरु स्थानां ते आप दरख्त ही नहीं रहन देते। देखो ना, गुरु स्थानां ते लगे हुए दरख्त भी वाले बिल्डिंग ही बनाई चले जाने, आसे पासे इट्टां लाई चले जाने। आप किते खुली जगह, किते फुੱਲ लगे होण, किते दरख्त लगे होण, किते आप गर्मी च बैठ सके, किते चार पंछी वो तो रहन ही नहीं देती था। आप रहिंदी खुंदी भी दबदी चले जाने, इत्थे भी बिल्डिंग बना दो, इत्थे बिल्डिंग बना दो। गुरु घरां च आप देखते ही अपने कि किते दरख्त लाउण लई थां आपां छड्डदे ही नहीं आ, सोचते कि इट्टां नहीं सानूं सुख देना। जिन्ना चिर असीं प्रकृति नाल नहीं जुड़ते, उन्ना चिर गुरु दी, प्रभु दी प्रसन्नता नहीं मिलेगी। भगत जी कहते ने फुੱਲ झूठे ने, ये फुੱਲ कोई रब की पूजा नहीं कर सकते। जे रब की पूजा करनी है कि अपना आप ही अर्पण कर दो, तन मन अर्पो पूज चढ़ावो, अवर न फूल अनूप न पावो। मैं अपना तन मन अर्पण करदा, यही पूजा है। सतगुरु साहिब जी कहते कि मैं जो गुरु को आया ना, काम क्रोध लोभ मद मत्सर ये अर्प सगल दान दीन ना। मैं गुरु को आके ना अपना क्रोध अर्पण कर दिता, मैं अपना लोभ अर्पण करता, मैं अपना काम अर्पण करता, मैं अपना हंकार अर्पण करता। आ जिहड़ा मेरे मन च नशा सी ना इन्हां विकारां दा, वो अर्पण करता। ईरखा अर्पण कर दी मैं, ईरखा ये सब कुछ गुरु अगे रख दिता। हुण गुरु को आके विसर गई सब तात पराई, जब ते साध संगत मोह पाई, ना को बैरी नहीं बेगाना, सगल संग हमको बन आई। मैं ये चीज़ां सारियां अर्पण कर दियां, हंकार ईरखा सब कुछ मैं गुरु नूं ही दे दिता। दान देना गुरु नूं ते देना चाहिए सी। ईरखा दा, ईरखा दे साडे अंदर भरी पई है। जिन्ने मेरे चिट्टे कपड़े ज़्यादा ने बाहरों, उन्ना ही मैं अंदरों ईरखा नाल भरिया होया, उन्ना हंकार नाल क्रोध नाल भरिया होया। तो गुरु नूं मत्था टेकण दा की अर्थ होएगा? सतगुरु जी ने तो बड़े साफ जे लफ्जां ये गल कही है, अपराधी दूना निवै ज्यों हंता मिरगाए, शीस नवाए क्या थी है, जर दे कसुदे जाए। सिर झुकाया की हो जाएगा? जे मन च हंकार है, मन च ईर्ख है, मन च नफरत है, मन च क्रोध है, मन च लोभ है, तो सिर झुकाया की हो जाएगा? एक बने मैं गुरु नूं सिर झुकाउणा, एक बने मैं जफाई मारी जाना सारिया चीज़ों नूं। इस करके सतगुरु जी कहते मैं गुरु कोल आया, मेरा मन परमात्मा च लीन किवें होया? क्योंकि सतगुरु जी ने कहा सी मेरा मन परमात्मा च लीन हो गया है, मैनू गुरु ने जीदान दे दिता है। पर किवें दिता? जदों मैं गुरु कोल आके आ सारियां बुराइयां अर्पण कर दित्तियां, फिर मंत्र दरड़ाए हर औखद गुर दियो, तो मिलियो सगल परवीना। गुरु ने मैनू मंत्र दरड़ा दिता, उपदेश दृढ़ करा दिता, गुरु मंत्र दे दिता, दृढ़ कराता, हिरदे च वसा दिता। देखो गुरु मंत्र तो दिंदा है, बहुत सारे मेरे वर्गे गुरु को आके मंत्र लै लेंदे ने, लिया होया, पर मंत्र दृढ़ नहीं होया। वो मंत्र गुरु का उपदेश अंदर वसिया नहीं। अंदर ते तां वसेगा जे अंदरों कुछ बाहर निकलेगा। असी जदों गुरु की हजूरी चाहुंदे ना अमृत की दात प्राप्त करने दे लई, गुरु वाले बनने दे लई, ते जिहड़े पंज प्यारे सहबान हुंदे ने, वो एक गल कहिंदे कि ये दात सिर दित्तियां मिलदी है। ये दात दिले सिर देना पैंदा है गुरु नूं। वो सिर देने दा असीं हंकार भेटा करदे, इत्थे अपनियां सियाणपां भेटा करदे, इत्थे अपनियां बुराइयां इत्थे भेटा करदे। असीं बाहरों सिर जिहा झुका दिंदे, बुराइयां उत्थे चुक्की फिरदे हां। किते पहलां कंडीशनां लाने, मैं अमृत तां छकांगा जे इस तरीके नाल होएगा। इहो जिहे भी ने, अमृत मैं तां छकांगा जे इस तरीके नाल छकाओगे तां, मैं ते उन्हां दा छकना है, उन्हां दा छकना है, उत्थों ही छकना है। इत्थे गुरु दा मंत्र कित्थे वस जाएगा? देखो ना, गुरु दे मंत्र दे नां ते असीं बड़े अपनी जथे बना ले, गुरु दे मंत्र दे नां ते बड़े आप दल बना ले, गुरु दे मंत्र दे नां ते असीं बड़ियां संप्रदावां बना दित्तियां। ते हुण एक दल दूजे दे नाल ही टकराई चलिया जा रहा है गुरु दे मंत्र दी गल। ते ओह कहंदा जी नहीं है इदां जपना है, इदां जपना है, इदां जपना है। हैरानी दी गल, ओह मंत्र साडे अंदर दृढ़ ही नहीं होया, गुरु दा मंत्र अंदर दृढ़ नहीं होया।
एक आम एक गल सुणाते होंगे ने कि किसी पिंड के खूह का पानी खराब हो गया, विच बिल्ली डिग गई, पानी खराब हो गया। पानी च जो मुश्क आउण लगी, पिंड के लोग चिंतावान होए कि पानी तो खराब हो गया। उन्हें पिंड के लोग कट्ठे किए, मुंडे जवान कट्ठे किए, कहते पानी बाहर कढ़ दो, एक बार सारा खूह खाली कर दो। ज्यों लगे पानी कढ़न, ज्यों पानी फिर गंदा, पानी फिर गंदा। लगे रे एक बजुर्ग आ गया, कहता की कर दो? कहते जी पानी साफ कर रहे हैं, पानी गंदा है। बजुर्ग ने नज़र मारी, कहता विच ते बिल्ली डिगी, पहला बिल्ली तो बाहर कढ़ो, बिल्ली बाहर कढ़ोगे फिर पानी कढ़ोगे, पानी साफ हो जाएगा। बिल्ली विच रही, जिन्ना मर्जी पानी कढ़ी जाओ, असी अंदरों बिल्ली तो कढ़ते नहीं है। वो गुरु नूं आपां कहे तां सिर दे देना जी, आ रहा जी, पर सिर दिता नहीं हुंदा। आपां जिन्हें सिर दे दिता है, फिर उत्थे कुछ सियाणपां चतराइयां चलाकियां थोड़ो रह जांदियां ने। कुछ दिन साडे ते वो थोड़ा जिहा प्रभाव रहिंदा गुरु दे दर ते आउण दा, जदों नवां नवां अमृत छकदे, उदों बाद फिर उत्थे ही आ जांदे आपां। सगों कई तो उदों अगे ही लंघ जांदे पहले नालों। उन्हां ने अंदरों पहला भी जिहड़ा डर भाव हुंदा कट्टिया जांदा है, ते बुराइयां रज के करदे ने। इस करके सतगुरु जी कहंदे गुरु कोल आके जदों असी वो बुराइयां अर्पण कर दित्तियां, त्याग दित्तियां, सिर भेंट कर दिता, फिर गुरु ने साडे अंतर अपना मंत्र दृढ़ करा दिता, उपदेश दृढ़ करा दिता। ये जिहड़ा गुरु का मंत्र है ना, ये सारे रोगों का इलाज है, सारे दुखों का इलाज है, सारियां परेशानियों का इलाज है। सतगुरु जी ने कहा सर्व रोग का औखद नाम। एक वत कथनी नहीं है, ये जुगो जुग अटल सच्चाई है कि सर्व रोग का औखद नाम। असी कहने नहीं जी नहीं, ये एवें गल्लां ही करते ने, ये नहीं हो सकता। जदों असी मन करके गुरु दे प्यार जुड़ जावांगे, मन करके अपन प्रकृति नाल इकसुर हो जावांगे, असी अपना खाना पीना ही सवार लईए। मन दे चस्कियां नूं लांभे रख के रसां कसां तो बचना शुरू कर दईए, शरीर च तंदुरुस्ती आउणी कुदरती शुरू हो जाएगी। खाना पीना सवार लईए, आपां अपना बोल चाल, अपना जिंदगी जीवन का कोई ढंग अपना लीए। तो बाहरलियां गल्लां ने, देखो बहुत सारे सियाणे लोग ने समाज के अंदर जिहड़े बड़े तंदुरुस्त ने, उन्हें पुछो क्यों? वो तुहानूं दसणगे मैं अमृत वेले उठदा हाँ, सैर करदा हाँ, मैं इस तरीके नाल खांदा हाँ, मेरी तंदुरुस्ती का राज ये है। ये तो दुनियावी गल्लां ने। तुसीं अपना शरीर नूं सवारना शुरू कर दिओ, कोई प्रकृति के नियमां अनुसार आ जाओ, शरीर तंदुरुस्त होना शुरू हो जाएगा। रोगों का इलाज दवाइयां नहीं, और दवाइयां तुहानूं कदी तंदुरुस्त करदियां भी नहीं है। एक दवाई खाई जाओ, फिर दूजी वाल जाना पेगा, दूजी तो बाद तीजी वाल, तीजी तो बाद चौथी वाल जाना पेगा। सहज सहज दवाइयां दे ढेर है। तो दवाइयां ठीक है साडे लिए आसरा ने, औखे समय लिए दवाइयां की किते लोड़ हुंदी है, इहदे च कोई शक नहीं है। पर माफ करना, दवाइयां बनाउण वाले कदी नहीं चाहते तुसीं तंदुरुस्त होवो। जे तुसीं तंदुरुस्त हो गए तो उन्हां दा बिजनेस ही ठप्प हो गया, उन्हें तो नियाणे भुखे मरने शुरू हो जाणगे। इस करके वो तो चाहते हैं कि वध तो वध होर अगे जिहड़ा ना काम कर साडा चली जाए। अज वर्ल्ड के अंदर एक इहो जी लॉबी है, इहो जी एक सोच है जिहड़ी कि ये फार्मेसी के जगत अंदर जिहड़ी दवाइयां बनाउंदी है, उहदी एक सोच है कि ये साडा बिजनेस बड़ा वधिया चल रहा है। बीपी की दवाई है, एक सियाणे डॉक्टर कहंदे ने पहला बीपी का जिहड़ा सी पैमाना वो सी 100 तो लैके 160 तक, हेठला तुहाडा जिहड़ा टैम बीपी है वो 100 उपरला 160 तक होना चाहिए। कंपनियां ने घटा के इनू 140 ते 90 ते ले आंता, फिर कंपनियां ने घटा के 80 ते 130 ते ले आंता, क्योंकि दवाइयां बहुतियां विकन, हर बंदा बीपी की दवाई खा रहा है। हालांकि बीपी को रोग नहीं है, शुगर को रोग नहीं है। जे असी अपने खाण पीण नूं सवारना शुरू कर दईए थोड़ा जिहा उद्यम करके, तो रोग अपने आप सहजे सहजे मिटने शुरू हो जाएंगे। बहुत सारे लोग ने जिन्होंने खाना पीना सवारिया तो वो रोगों तो मुक्त हो गए, इतों तक कैंसर वर्गे रोगों तो मुक्त हो गए। कैंसर वर्गे उदाहरण ने, अमेरिका की एक बीबी बड़ी तगड़ी हुई, उन्होंने कैंसर का रोग सी, डॉक्टर कहते इलाज ही कोई नहीं है। डॉक्टर ने जवाब दिया इलाज ही कोई नहीं है। वो बुक्स ने मार्केट्स बड़ियां विकदियां ने, अपनी तुसी जीवन लाइफ नूं हील किवें करना है, बाजार चों तुहानूं उहदियां बुक्स मिल जाणगियां। लेकिन उन्हें सोचा कि मैं तो जीउणा है, मैं मरना ही नहीं है। उन्हें सब कुछ छड्ड दिता, अपना खाना पीना इस तरीके नाल करता। वो बीबी आप तो तंदुरुस्त, करोड़ों लोगों को सुख दिता, उन्हें किताबां छाप दित्तियां। मैं एक दिन एक डॉक्टर ने उन्होंने एक क्लिप सुन रहा सा, डॉक्टर ने आप डॉक्टर, उन्होंने घर वाली डॉक्टर, उन्होंने बच्चे डॉक्टर, उन्होंने नूहां डॉक्टर, उन्होंने धीआं डॉक्टर, सारे स्पैशलिस्ट ने, कोई हार्ट का, कोई किसी का, कोई किसी का, कोई किसी का।
ਉਹਨਾਂ ਸ਼ੂਗਰ ਹੋਈ, ਸ਼ੂਗਰ ਤੋਂ ਬਾਅਦ ਕੈਂਸਰ ਹੋਈ, ਕਰਦੇ ਕਰਦੇ ਕਿੰਨੇ ਜੀ ਦਵਾਈਆਂ ਦੇ ਮੈਂ ਤੇ ਮੁੱਠਾਂ ਦੀ ਮੁੱਠ ਦਵਾਈਆਂ ਖਾ ਕੇ ਅੱਕ ਗਿਆ। ਇੱਕ ਦਿਨ ਖੁਦਕਸ਼ੀ ਕਰਨ ਲਈ ਤੁਰ ਪਿਆ। ਚੰਡੀਗੜ੍ਹ ਦੇ ਰਹਿਣ ਵਾਲੇ, ਨਾਮ ਮੈਨੂੰ ਭੁੱਲ ਗਿਆ, ਖੁਦਕਸ਼ੀ ਕਰਨ ਲਈ ਤੁਰ ਪਿਆ। ਤੇ ਮੈਨੂੰ ਕਿਸੇ ਮਿੱਤਰ ਨੇ ਦੱਸਿਆ ਤੂੰ ਖਾਣਾ ਪੀਣਾ ਇਸ ਤਰੀਕੇ ਨਾਲ ਫਲਾਣੇ ਡਾਕਟਰ ਦੀ ਰਾਏ ਨਾਲ ਠੀਕ ਕਰ ਲਾ। ਪਹਿਲਾਂ ਤਾਂ ਮੈਂ ਮੰਨਿਆ ਨਹੀਂ, ਜਦੋਂ ਜੀ ਭਿਆਣਾ ਬੰਦਾ ਕੀ ਨਹੀਂ ਕਰਦਾ। ਸ਼ੁਰੂ ਕੀਤਾ, ਫਿਰ ਉਹ ਡਾਕਟਰ ਆਪ ਬੋਲ ਰਿਹਾ, ਕਹਿੰਦਾ ਮੈਂ ਹਾਂ ਕੋਈ ਦਵਾਈ ਨਹੀਂ ਖਾਂਦਾ ਪਰ ਹੁਣ ਮੈਂ ਤੰਦਰੁਸਤ ਹਾਂ, ਕੈਂਸਰ ਤੋਂ ਵੀ ਰਹਿਤ ਹਾਂ ਤੇ ਮੈਂ ਸ਼ੂਗਰ ਤੋਂ ਵੀ ਰਹਿਤ ਹਾਂ, ਕੋਈ ਦਵਾਈ ਨਹੀਂ ਖਾ ਰਿਹਾ। ਤੰਦਰੁਸਤੀ ਤੁਹਾਡੇ ਹੱਥ ਵਿੱਚ ਹੈ, ਜੇਕਰ ਤੁਸੀਂ ਹੋਣਾ ਚਾਹੋ ਤੰਦਰੁਸਤ। ਤੇ ਜੇ ਅਸੀਂ ਬਹਾਨੇ ਬਣਾਉਣੇ ਨੇ ਜਾਂ ਆਲਸੀ ਕਰਨੇ ਤੇ ਫਿਰ ਕੋਈ ਨਹੀਂ, ਦਵਾਈਆਂ ਬਹੁਤ ਨੇ ਬਾਜ਼ਾਰ 'ਚ ਲੈ ਕੇ ਆਪਾਂ ਖਾਈ ਜਾਈਏ, ਸੋਹਣਾ ਬਿਜ਼ਨਸ ਚੱਲ ਰਿਹਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਆਪਾਂ ਗੁਰੂ ਕੋਲ ਆਏ, ਗੁਰੂ ਨੇ ਇੱਕ ਮੰਤਰ ਦ੍ਰਿੜ ਕਰਾਇਆ, ਉਪਦੇਸ਼ ਦਿੱਤਾ ਸਾਨੂੰ ਗੁਰੂ ਨੇ। ਗੁਰੂ ਦਾ ਉਪਦੇਸ਼ ਕੋਈ ਇਹ ਨਹੀਂ ਕਿ ਘਰ ਛੱਡ ਦਿਓ, ਗੁਰੂ ਦਾ ਇਹ ਉਪਦੇਸ਼ ਨਹੀਂ ਕਿ ਖਾਣਾ ਪੀਣਾ ਛੱਡ ਦਿਓ। ਗੁਰਬਾਣੀ ਤਾਂ ਇਹ ਗੱਲ ਨਹੀਂ ਕਹਿੰਦੀ ਹੱਸੰਦਿਆਂ ਖਿਲੰਦਿਆਂ ਖਵੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਅਸੀਂ ਹੱਸਣਾ ਖੇਡਣਾ ਵੀ ਹੈ, ਖਾਣਾ ਪੀਣਾ ਵੀ ਹੈ, ਦੁਨੀਆ ਦੇ ਕੰਮ ਵੀ ਕਰਨੇ ਨੇ, ਪਰਿਵਾਰ ਵਿੱਚ ਵੀ ਰਹਿਣਾ, ਕਾਰੋਬਾਰ ਵੀ ਕਰਨੇ ਨੇ, ਆਪਾਂ ਦੁਨੀਆ ਤੋਂ ਵੱਖਰੇ ਨਹੀਂ ਹੋਣਾ। ਪਰ ਆਪਾਂ ਸਭ ਕੁਝ ਰਹਿੰਦੇ ਹਾਂ, ਆਪਣੀਆਂ ਬੁਰਾਈਆਂ ਤਿਆਗਣੀਆਂ ਨੇ, ਬੁਰੀਆਂ ਆਦਤਾਂ ਤਿਆਗਣੀਆਂ ਨੇ, ਆਪਾਂ ਔਗਣ ਤਿਆਗਣੇ ਨੇ। ਸਤਿਗੁਰੂ ਜੀ ਫਿਰ ਜੋ ਸਾਨੂੰ ਮੰਤਰ ਦਿੰਦੇ, ਜਦੋਂ ਅਸੀਂ ਬੁਰਾਈਆਂ ਤਿਆਗ ਕੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰਾਂਗੇ, ਇਹ ਜਿਹੜਾ ਉਪਦੇਸ਼ ਹੈ ਸਤਿਗੁਰੂ ਜੀ ਕਹਿੰਦੇ ਹਰ ਔਖਦ, ਇਹ ਸਾਰੇ ਰੋਗਾਂ ਦਾ ਇਲਾਜ ਹੈ, ਸਾਰੇ ਰੋਗਾਂ ਦਾ ਇਹ ਦਾਰੂ ਹੈ। ਤਾਂ ਮਿਲਿਓ ਸਗਲ ਭਰਬੀਨਾ। ਜਦੋਂ ਗੁਰੂ ਨੇ ਮੈਨੂੰ ਸਾਰਿਆਂ ਤੋਂ ਉੱਤਮ ਇਹ ਉਪਦੇਸ਼ ਦੇ ਦਿੱਤਾ, ਵਾਹਿਗੁਰੂ ਜੀ ਦਾ ਨਾਮ ਦ੍ਰਿੜ ਕਰਾ ਦਿੱਤਾ, ਪਰਮਾਤਮਾ ਦੇ ਪਿਆਰ ਜੋੜ ਦਿੱਤਾ, ਤੇ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ, ਭਰਬੀਨਾ ਦਾ ਅਰਥ ਜਿਹੜਾ ਸਾਰਿਆਂ ਤੋਂ ਜ਼ਿਆਦਾ ਸਿਆਣਾ ਹੈ, ਜਿਹੜਾ ਸਾਰਿਆਂ ਤੋਂ ਜ਼ਿਆਦਾ ਸੁਘੜ ਹੈ, ਗਿਆਨਵਾਨ ਹੈ, ਉਹ ਪਰਮਾਤਮਾ ਮੈਨੂੰ ਮਿਲ ਗਿਆ, ਜਿਹੜਾ ਹਰ ਤਰ੍ਹਾਂ ਕਰਕੇ ਭਰਬੀਨ ਹੈ, ਸਿਆਣਾ ਹੈ, ਉੱਤਮ ਹੈ। ਪਰ ਮਿਲਿਆ ਕਦੋਂ? ਜਦੋਂ ਮੈਂ ਗੁਰੂ ਕੋਲ ਆ ਕੇ ਆਪਣੀਆਂ ਬੁਰਾਈਆਂ ਅਰਪਣ ਕਰ ਦਿੱਤੀਆਂ, ਗੁਰੂ ਦੇ ਪਾਸੋਂ ਗੁਰੂ ਦਾ ਮੰਤਰ ਆਪਣੇ ਹਿਰਦੇ 'ਚ ਦ੍ਰਿੜ ਕਰ ਲਿਆ, ਗੁਰੂ ਦੇ ਮੰਤਰ ਅਨੁਸਾਰ ਮੈਂ ਚੱਲਣ ਲੱਗ ਪਿਆ। ਸਤਿਗੁਰੂ ਜੀ ਨੇ ਇੱਕ ਵਾਅਦਾ ਕੀਤਾ, ਗਰੰਟੀ ਦਿੱਤੀ ਗੁਰਸਿੱਖ ਦੇ ਨਾਲ, ਗੁਰਸਿੱਖ ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜਿਓ, ਇਉਂ ਪਾਵੇਂ ਹਰ ਦਰਸਾਵੜਾ, ਨ ਲੱਗੇ ਤਤੀ ਵਾਹ ਜਿਓ। ਤੂੰ ਮਨ ਦੀ ਮਤ ਤਿਆਗ ਦੇਵੇਂ ਨਾ, ਮਨ ਮਰਜ਼ੀ ਤਿਆਗ ਦੇ। ਆਪਾਂ ਕਹਿੰਦੇ ਜੀ ਮੇਰਾ ਮਨ ਨਹੀਂ ਮੰਨਦਾ, ਬਸ ਜੀ ਮੇਰਾ ਜੀ ਨਹੀਂ ਕਰਦਾ, ਆਹ ਜਿਹੜੇ ਬਹਾਨੇਬਾਜ਼ੀਆਂ ਨੇ ਇਹਨੂੰ ਛੱਡ ਦੇਵੇਂ। ਵਿਸਾਰੇ ਦੂਜਾ ਭਾਉ ਜਿਓ, ਆ ਜਿਹੜਾ ਇੱਧਰ ਉੱਧਰ ਮਨ ਭਟਕਦਾ, ਇੱਧਰੋਂ ਕਿਤੇ ਤੂੰ ਰੋਕ ਲੈ। ਇਉਂ ਪਾਵੇਂ ਹਰ ਦਰਸਾਵੜਾ, ਹਰ ਦਰਸਾਵੜਾ। ਹਰੀ ਦੇ ਦਰਸ਼ਨ ਕੀ ਨੇ? ਹਰੀ ਕੋ ਬੰਦਾ ਜਿਹੜਾ ਸਾਨੂੰ ਦਿਸ ਪਏਗਾ, ਹਰੀ ਕੋ ਵਸਤੂ ਹੈ ਜਿਹਨੂੰ ਆਪਾਂ ਅੱਖਾਂ ਨਾਲ ਦੇਖ ਲਵਾਂਗੇ। ਹਰੀ ਦੇ ਦਰਸ਼ਨ ਕੀ ਨੇ? ਹਰੀ ਕੇ ਦਰਸ਼ਨ ਕੇ ਹਰੀ ਆਨੰਦ ਸਰੂਪ ਹੈ, ਤੁਸੀਂ ਆਨੰਦ ਚ ਲਿਵਲੀਨ ਹੋ ਜਾਓਗੇ। ਹਰੀ ਦੇ ਦਰਸ਼ਨ ਦਾ ਅਰਥ ਹੈ ਕਿ ਹਰੀ ਗੁਣਾ ਭਰਪੂਰ ਹੈ, ਤੁਸੀਂ ਗੁਣਾ ਨਾਲ ਭਰਪੂਰ ਹੋ ਜਾਓਗੇ। ਤੁਹਾਡੀ ਸੁਰਤ ਦਾ ਇੱਕ ਲੈਵਲ ਉੱਥੇ ਪਹੁੰਚ ਜਾਏਗਾ ਜਿਸ ਜੋ ਲੈਵਲ ਪਰਮਾਤਮਾ ਦਾ ਹੈ, ਤੁਸੀਂ ਪਰਮਾਤਮਾ ਵਰਗੇ ਬਣ ਜਾਓਗੇ, ਪਰਮਾਤਮਾ ਵਰਗੇ ਬਣ ਜਾਓਗੇ। ਤੁਹਾਨੂੰ ਅੰਦਰੋਂ ਹੀ ਆਪਣੇ ਉਹ ਰੱਬੀ ਸਰੂਪ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਅੰਦਰੋਂ ਹੀ ਉਹ ਰੱਬ ਦੇ ਦੀਦਾਰ ਨਜ਼ਰ ਹੋ ਜਾਣਗੇ। ਹਰ ਹਿਰਦੇ ਚੋਂ ਤੁਸੀਂ ਪਰਮਾਤਮਾ ਨੂੰ ਦੇਖਣਾ ਸ਼ੁਰੂ ਕਰ ਦਿਓਗੇ। ਪਰ ਕਦੋਂ? ਜਦੋਂ ਆਪਣੇ ਅੰਦਰੋਂ ਬੁਰਾਈਆਂ ਨੂੰ ਤਿਆਗੋਗੇ। ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜਿਓ, ਇਉਂ ਪਾਵੇਂ ਹਰ ਦਰਸਾਵੜਾ, ਨ ਲੱਗੈ ਤਤੀ ਵਾਓ ਜਿਓ। ਸਤਿਗੁਰੂ ਜੀ ਕਹਿੰਦੇ ਦੁੱਖਾਂ ਦੀ ਤੱਤੀ ਵਾਓ ਤੁਹਾਨੂੰ ਲੱਗ ਹੀ ਨਹੀਂ ਸਕੇਗੀ, ਪੋਹ ਹੀ ਨਹੀਂ ਸਕੇਗੀ। ਜਿੰਨੀਆਂ ਮਰਜ਼ੀ ਤੱਤੀਆਂ ਹਵਾਵਾਂ ਚੱਲੀ ਜਾਣ, ਜੇ ਬੰਦੇ ਨੇ ਏਸੀ ਰੂਮ 'ਚ ਬੈਠਾ ਹੋਏ ਤੇ ਤੱਤੀ ਹਵਾ ਦਾ ਕੋਈ ਅਸਰ ਨਹੀਂ ਪੈਂਦਾ ਉਹਦੇ 'ਤੇ। ਦੁਨੀਆ ਦੇ ਵਿੱਚ ਇਹ ਰੰਗ ਰੂਪ ਬਦਲਦੇ ਹੀ ਰਹਿਣੇ ਨੇ, ਦੁਨੀਆ ਦੇ ਹਾਲਾਤ ਬਦਲਦੇ ਰਹਿਣੇ ਨੇ, ਦੁਨੀਆ ਦੇ ਵਿੱਚ ਇਹ ਦੁੱਖ ਮੁਸੀਬਤਾਂ ਆਉਂਦੀਆਂ ਹੀ ਰਹਿਣੀਆਂ ਨੇ। ਕੁਦਰਤ ਦਾ ਇੱਕ ਨਿਯਮ ਹੈ, ਟੁੱਟ ਭੱਜ ਹੁੰਦੀ ਰਹਿੰਦੀ ਹੈ, ਹੋਣੀ ਹੈ, ਕੋਈ ਰੋਕੀ ਨਹੀਂ ਜਾ ਸਕਦੀ ਕਿ ਮੈਂ ਅਰਦਾਸ ਕਰਾਂ ਮਹਾਰਾਜ ਜੀ ਹਵਾ ਰੁਕ ਜਾਏ, ਮੈਂ ਅਰਦਾਸ ਕਰਾਂ ਮਹਾਰਾਜ ਜੀ ਆ ਹੁਣ ਮੀਂਹ ਰੁਕ ਜਾਏ। ਇਹ ਚੀਜ਼ਾਂ ਨਹੀਂ ਰੁਕਣੀਆਂ, ਇਹ ਕੁਦਰਤ ਦਾ ਇੱਕ ਨਿਯਮ ਹੈ, ਪ੍ਰਕਿਰਤੀ ਨੇ ਆਪਣੀ ਚਾਲ ਨਾਲ ਚੱਲੀ ਜਾਣਾ, ਇਹਨੂੰ ਨਾ ਕੋਈ ਰੋਕ ਸਕਿਆ ਤੇ ਨਾ ਰੋਕ ਸਕਦੇ ਹਾਂ। ਲੇਕਿਨ ਜਦੋਂ ਅਸੀਂ ਪ੍ਰਕਿਰਤੀ ਦੇ ਅਨੁਸਾਰ ਜਿਉਣਾ ਸ਼ੁਰੂ ਕਰ ਦਿੱਤਾ, ਫਿਰ ਇਹ ਚੀਜ਼ਾਂ ਸਾਨੂੰ ਦੁਖਦਾਈ ਨਹੀਂ ਲੱਗਣਗੀਆਂ, ਇਹ ਵੀ ਸਾਨੂੰ ਰੱਬ ਦਾ ਭਾਣਾ ਲੱਗਣਗੀਆਂ, ਰੱਬ ਦੀ ਰਜ਼ਾ ਲੱਗਣਗੀਆਂ। ਫਿਰ ਉਹ ਪਰਮਾਤਮਾ ਆਪਣੇ ਆਪ ਮਿਲ ਜਾਏਗਾ। ਇਸ ਅਸਥਾਨ ਤੇ ਅਵਸਥਾ ਤੇ ਪਹੁੰਚ ਕੇ ਕੀ ਹੋਏਗਾ? ਗ੍ਰਹਿ ਤੇਰਾ ਤੂੰ ਠਾਕੁਰ ਮੇਰਾ, ਗੁਰ ਹਉ ਖੋਈ ਪ੍ਰਭ ਦੀਨਾ। ਇੱਥੇ ਪਹੁੰਚ ਕੇ ਤੇ ਇੱਕੋ ਇੱਕ ਗੱਲ ਨਜ਼ਰ ਆਉਂਦੀ ਕਿ ਵਾਹਿਗੁਰੂ ਜੀ ਇਹ ਘਰ ਤੁਹਾਡਾ ਹੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਘਰ ਤੁਹਾਡਾ ਹੈ, ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਇਹ ਤਨ ਮਨ ਧਨ ਸਭ ਕੁਝ ਤੁਹਾਡਾ ਹੀ ਹੈ।
ਦੁੱਖ ਤੇ ਉਦੋਂ ਨਾ ਜਦੋਂ ਘਰ ਵੀ ਮੇਰਾ ਹੈ, ਪਰਿਵਾਰ ਵੀ ਮੇਰਾ ਹੈ, ਚੀਜ਼ ਵੀ ਮੇਰੀ ਹੈ, ਸਭ ਕੁਝ ਨੂੰ ਮੇਰਾ ਮੇਰਾ ਬੰਦਾ ਕਹਿੰਦਾ, ਪਰ ਰੱਬ ਨੂੰ ਤੇ ਆਪਣਾ ਕਦੀ ਕਹਿੰਦਾ ਨਹੀਂ। ਸਭ ਕੁਛ ਆਪਣਾ ਇੱਕ ਆਰਾਮ ਪਰਾਇਆ। ਉਹ ਜਿਹੜਾ ਰੱਬ ਦੇ ਨਾਲੋਂ ਬੇਗਾਨਾ ਪਣ ਹੈ ਨਾ, ਰੱਬ ਨੂੰ ਅਸੀਂ ਬੇਗਾਨਾ ਸਮਝਦੇ ਹਾਂ, ਰੱਬ ਨੂੰ ਓਪਰਾ ਜਿਹਾ ਸਮਝਦੇ ਹਾਂ, ਰੱਬ ਦੇ ਨਾਲ ਸਾਡਾ ਕੋਈ ਨਾ ਲਗਾ ਹੀ ਨਹੀਂ ਹੈ। ਜਿਹੜੀ ਚੀਜ਼ ਸਾਡੀ ਜ਼ਿੰਦਗੀ ਦੀ ਬਹੁਤ ਜ਼ਰੂਰੀ ਸੀ ਉਧਰ ਕਦੀ ਧਿਆਨ ਹੀ ਨਹੀਂ ਹੈ। ਹੁਣ ਜਦੋਂ ਗੁਰੂ ਕੋਲ ਆਏ, ਗੁਰੂ ਸਾਹਿਬ ਜੀ ਨੇ ਸਾਨੂੰ ਗਿਆਨ ਦਿੱਤਾ, ਅਸੀਂ ਬੁਰਾਈਆਂ ਨੂੰ ਤਿਆਗ ਦਿੱਤਾ, ਗੁਰੂ ਕੇ ਉਪਦੇਸ਼ ਨੂੰ ਆਪਣੇ ਅੰਦਰ ਦ੍ਰਿੜ ਕਰ ਲਿਆ। ਹੁਣ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਵਾਹਿਗੁਰੂ ਜੀ ਘਰ ਤੁਹਾਡਾ ਹੀ ਹੈ, ਸਾਡਾ ਕੁਝ ਨਹੀਂ ਹੈ। ਗ੍ਰਹਿ ਤੇਰਾ ਤੂੰ ਠਾਕੁਰ ਮੇਰਾ, हे ਵਾਹਿਗੁਰੂ ਜੀ ਤੁਸੀਂ ਮੇਰੇ ਮਾਲਕ ਹੋ ਤੇ ਇਹ ਸਭ ਕੁਝ ਤੁਹਾਡਾ ਹੈ, ਮੈਂ ਤੇ ਤੁਹਾਡਾ ਸੇਵਕ ਹਾਂ ਜੀ। ਗੁਰ ਹਉ ਖੋਈ ਪ੍ਰਭ ਦੀਨਾ। ਫਿਰ ਗੁਰੂ ਨੇ ਸਾਡੇ ਅੰਦਰੋਂ ਹੰਕਾਰ ਮੇਟ ਦਿੱਤਾ। ਜਦੋਂ ਅਹੰਕਾਰ ਮਿਟ ਗਿਆ, ਗੁਰਬਾਣੀ ਕਹਿੰਦੀ ਹਉਮੈ ਜਾਈ ਤਾਂ ਕੰਤ ਸਮਾਈ। ਜਦੋਂ ਹਉਮੈ ਮਿਟ ਗਈ ਉਦੋਂ ਪ੍ਰਮਾਤਮਾ ਵਿੱਚ ਲਿਵਲੀਨ ਹੋ ਗਏ। ਗੁਰੂ ਦੀ ਵਡਿਆਈ ਇਹ ਹੈ। ਦੇਖੋ ਆਪਾਂ ਸੋਚਦੇ ਕਿ ਗੁਰੂ ਆਮ ਜਿਹਨੂੰ ਮਰਜ਼ੀ ਬਣਾ ਲਓ ਜੀ, ਫਲਾਣੇ ਨੂੰ ਗੁਰੂ ਬਣਾਇਆ, ਫਲਾਣੇ ਨੂੰ ਗੁਰੂ ਬਣਾਇਆ। ਗੁਰੂ ਦੀ ਹਸਤੀ ਬੜੀ ਮਹਾਨ ਹੈ। ਇਹ ਨਹੀਂ ਕਿ ਜਿਹਨੂੰ ਮਰਜ਼ੀ ਗੁਰੂ ਮੰਨ ਲਓ ਤੁਸੀਂ। ਦੁਨਿਆਵੀ ਤੌਰ ਤੇ ਗੁਣ ਸਿੱਖਣਾ ਹੈ, ਉਸਤਾਦ ਬੜੇ ਹੁੰਦੇ ਨੇ, ਚਲੋ ਦੁਨਿਆਵੀ ਤੌਰ ਤੇ ਉਹ ਸਾਨੂੰ ਸੇਧ ਦਿੰਦੇ ਨੇ, ਲੋੜ ਹੈ ਉਹਨਾਂ ਦੀ। ਪਰ ਜਿਸ ਗੁਰੂ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕੀਤੀ ਹੈ ਨਾ, ਜਾਂ ਧਰਮ ਦੀ ਦੁਨੀਆ ਜਿਹਦੀ ਆਪਾਂ ਗੱਲ ਕਰਦੇ ਹਾਂ, ਉਹ ਗੁਰੂ ਕੋਈ ਥੋੜਾ ਆਮ ਹੈ ਕਿ ਜਿੱਥੇ ਮਰਜ਼ੀ ਮੱਥਾ ਟੇਕੋ ਫਲਾਣਾ ਮੇਰਾ ਗੁਰੂ ਜੀ, ਪਹਿਲਾਂ ਫਲਾਣੇ ਕੋ ਜਾਂਦਾ ਹੁਣ ਆਹ ਗੁਰੂ ਮੇਰਾ ਬਣ ਗਿਆ। ਅਸੀਂ ਤੇ ਥਾਂ ਥਾਂ ਤੇ ਗੁਰੂ ਬਣਾਏ ਹੋਏ ਨੇ। ਗੁਰੂ ਕੌਣ ਹੈ? ਗੁਰੂ ਦੀ ਵਡਿਆਈ ਕੀ ਹੈ? ਗੁਰੂ ਦੀ ਮਹਾਨਤਾ ਕੀ ਹੈ? ਗੁਰੂ ਦੀ ਵਡਿਆਈ ਕਿ ਗੁਰੂ ਸਭ ਤੋਂ ਪਹਿਲਾਂ ਹੰਕਾਰ ਹੀ ਕੱਟਦਾ, ਜਿਹੜਾ ਹੋਰ ਕੋਈ ਨਹੀਂ ਕੱਢ ਸਕੇਗਾ। ਹੰਕਾਰ ਨੂੰ ਵਧਾਉਣ ਦੇ ਤੇ ਬੜੇ ਸਾਧਨ ਮਿਲ ਜਾਣਗੇ ਤੁਹਾਨੂੰ। ਬੜਾ ਕਹਿਣਗੇ ਤੈਨੂੰ ਆਹ ਸੁੱਖ ਮਿਲ ਜਾਏਗਾ, ਪਦਾਰਥ ਮਿਲ ਜਾਏਗਾ, ਤੇਰੀ ਕਾਮਨਾ ਪੂਰੀ ਹੋ ਜਾਏਗੀ, ਤੇਰੀ ਅਸਫਲਤਾ ਹੋ ਜਾਏਗੀ। ਉਹਦੇ ਨਾਲ ਤੇ ਹੰਕਾਰ ਸਗੋਂ ਵਧੀ ਚਲਿਆ ਜਾਂਦਾ ਹੈ। ਗੁਰੂ ਸਭ ਤੋਂ ਪਹਿਲਾਂ ਇਹ ਦਾਤ ਕਰਦਾ, ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੇ ਹਉਮੈ ਰੋਗ। ਆ ਜਿਹੜਾ ਗੁਰੂ ਕਹਿੰਦਾ ਨਾ ਕਿ ਸਿਰ ਮੈਨੂੰ ਦੇ ਦਿਓ ਫਿਰ ਇਹ ਦਾਤ ਮਿਲੇਗੀ, ਉਹਦਾ ਅਰਥ ਹੈ ਕਿ ਹੰਕਾਰ ਇੱਥੇ ਰੱਖਦੇ ਪਹਿਲਾਂ। ਆ ਜਿਹੜਾ ਚੁੱਕੀ ਫਿਰਦਾ ਹੰਕਾਰ ਸਿਰ 'ਚ ਹੀ ਹੁੰਦਾ ਹੈ ਨਾ, ਉਹ ਅਹੰਕਾਰ ਇੱਥੇ ਰੱਖਦੇ, ਸਿਆਣਪਾਂ ਇੱਥੇ ਰੱਖਦੇ, ਬੁਰਾਈਆਂ ਇੱਥੇ ਰੱਖਦੇ, ਚਤਰਾਈਆਂ ਚਲਾਕੀਆਂ ਇੱਥੇ ਰੱਖਦੇ, ਫਿਰ ਤੈਨੂੰ ਨਾਮ ਮਿਲ ਜਾਏਗਾ, ਨਾਮ ਨਾਲ ਪਿਆਰ ਬਣ ਜਾਏਗਾ। ਜਦੋਂ ਗੁਰੂ ਕੋਲ ਆਏ, ਗੁਰੂ ਨੇ ਅਹੰਕਾਰ ਦੇ ਰੋਗ ਨੂੰ ਕੱਟ ਦਿੱਤਾ। ਜਦੋਂ ਅਹੰਕਾਰ ਮਿਟ ਗਿਆ, ਗੁਰੂ ਦਾ ਦਿੱਤਾ ਹੋਇਆ ਨਾਮ ਮੰਤਰ ਅੰਦਰ ਦ੍ਰਿੜ ਹੋ ਗਿਆ, ਗੁਰੂ ਦਾ ਉਪਦੇਸ਼ ਅੰਦਰ ਵਸ ਗਿਆ। ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਕਿਸੇ ਭਾਂਡੇ ਵਿੱਚ ਪਹਿਲਾਂ ਹੀ ਤੁਸੀਂ ਕੋਈ ਪਦਾਰਥ ਪਾਇਆ ਹੈ, ਉਹਦੇ 'ਚ ਤੁਸੀਂ ਹੋਰ ਕੁਝ ਪਾਉਣਾ ਚਾਹੁੰਦੇ, ਪਹਿਲਾਂ ਉਹਨੂੰ ਲਾਂਭੇ ਕਰੋ। ਦੁੱਧ ਪਾਉਣਾ ਹੈ, ਪਹਿਲਾਂ ਕਿਸੇ ਭਾਂਡੇ ਨੂੰ ਉੱਚੋਂ ਚੰਗੀ ਤਰ੍ਹਾਂ ਸਾਫ਼ ਕਰ ਲਓ, ਉਹਦੇ 'ਚ ਪਈਆਂ ਚੀਜ਼ਾਂ ਨੂੰ ਬਾਹਰ ਕੱਢ ਦਿਓ। ਹੁਣ ਜੇ ਪਹਿਲਾਂ ਹੀ ਵਿੱਚ ਬਹੁਤ ਕੁਝ ਕੂੜਾ ਕਰਕਟ ਪਿਆ, ਉਹਦੇ 'ਚ ਦੁੱਧ ਪਾਓਗੇ ਤੇ ਉਹ ਕੋ ਪਵਿੱਤਰ ਥੋੜੋ ਰਹੇਗਾ, ਉਹ ਵਰਤਨਯੋਗ ਥੋੜੋ ਰਹੇਗਾ। ਸਾਡੇ ਅੰਦਰ ਜੋ ਕੁਝ ਹੈ ਉਹਨੂੰ ਪਹਿਲਾਂ ਕੱਢਣਾ ਪੈਂਦਾ ਹੈ। ਗੁਰੂ ਕੋਲ ਆ ਕੇ ਨਿਮਰਤਾ ਦੇ ਨਾਲ, ਸੇਵਾ ਕਰਕੇ, ਭਾਵਨਾ ਦੇ ਨਾਲ ਜਦੋਂ ਇਹਨਾਂ ਚੀਜ਼ਾਂ ਨੂੰ ਅਸੀਂ ਬਾਹਰ ਕੱਢਦੇ ਹਾਂ, ਫਿਰ ਗੁਰੂ ਸਾਡੇ ਅੰਦਰ ਨਾਮ ਦ੍ਰਿੜ ਕਰਾ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਗੁਰ ਹਉ ਖੋਈ ਪ੍ਰਭ ਦੀਨਾ। ਗੁਰੂ ਨੇ ਅਹੰਕਾਰ ਨੂੰ ਕੱਟ ਕੇ ਸਾਡੇ ਅੰਦਰ ਪਰਮਾਤਮਾ ਦਾ ਨਾਮ ਦੇ ਦਿੱਤਾ। ਕਹੋ ਨਾਨਕ ਮੈਂ ਸਹਿਜ ਘਰ ਪਾਇਆ, ਹਰ ਭਗਤ ਭੰਡਾਰ ਖਜ਼ੀਨਾ। ਸਤਿਗੁਰੂ ਸਾਹਿਬ ਜੀ ਕਹਿੰਦੇ ਹੁਣ ਮੈਂ ਸਹਿਜ ਘਰ, ਆਤਮਕ ਅਡੋਲਤਾ ਦੀ ਅਵਸਥਾ, ਆਪਣਾ ਨਿਜ ਘਰ, ਅਸਲੀ ਘਰ, ਜਿਹਦੇ ਪ੍ਰਥਾਏ ਗੁਰਬਾਣੀ ਨੇ, ਸਤਿਗੁਰੂ ਜੀ ਨੇ ਕਿਹਾ ਕਿ ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਆਪਣੇ ਨਿਜ ਘਰ 'ਚ ਵਸੋ। ਸਰੀਰ ਨੂੰ ਕਿਸੇ ਘਰ ਦੀ ਲੋੜ ਹੈ ਨਾ, ਘਰ ਤੋਂ ਬਿਨਾਂ ਸਰੀਰ ਭਟਕਦਾ ਰਹਿੰਦਾ ਹੈ। ਠੰਡ ਵਿੱਚ, ਗਰਮੀ ਵਿੱਚ, ਵਰਖਾ ਦੇ ਵਿੱਚ ਆਪਾਂ ਕਿੰਨੇ ਪਰੇਸ਼ਾਨ ਹੁੰਦੇ ਜੇ ਘਰ ਕੋਲ ਨਾ ਹੋਏ। ਕਦੀ ਕਿਤੇ ਆਸਰਾ ਲਵਾਂਗੇ, ਕਦੀ ਕਿਸੇ ਰਵਾਂਗੇ। ਸਰੀਰ ਨੂੰ ਘਰ ਦੀ ਲੋੜ ਹੈ। ਇਸ ਘਰ 'ਚ ਰਹਿੰਦੇ ਹਾਂ, ਘਰ ਇੱਕ ਗੱਲ ਸਾਨੂੰ ਸੁਣਿਆ ਦਿੰਦਾ, ਜਿਵੇਂ ਸਰੀਰ ਨੂੰ ਘਰ ਦੀ ਲੋੜ ਹੈ, ਘਰ ਤੋਂ ਬਿਨਾਂ ਸਰੀਰ ਜਿਹੜਾ ਉਹ ਇੱਧਰ ਉੱਧਰ ਨਿਥਾਵਾਂ ਜਿਹਾ ਭਟਕਦਾ ਰਹਿੰਦਾ ਹੈ, ਤਿਵੇਂ ਮਨ ਨੂੰ ਵੀ ਘਰ ਦੀ ਲੋੜ ਹੈ। ਮਨ ਨੂੰ ਘਰ ਦੀ ਲੋੜ ਹੈ। ਉਹ ਮਨ ਨੂੰ ਜਿੰਨਾ ਚਿਰ ਘਰ ਨਹੀਂ ਮਿਲੇਗਾ, ਮਨ ਭਟਕਦਾ ਰਹੇਗਾ। ਬਾਬਾ ਅਮਰਦਾਸ ਜੀ ਨੇ ਗੁਰੂ ਕੇ ਬਚਨ ਸਰਵਣ ਕਰਕੇ ਗੱਲ ਕੀ, ਜਦੋਂ ਕਿਹਾ ਨਾ ਜੁਲਾਹੀ ਨੇ ਕਿ ਅਮਰੂ ਨਿਥਾਵਾਂ ਹੈ, ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਠੀਕ ਹੀ ਕਿਹਾ ਇਸ ਬੀਬੀ ਨੇ, ਅਮਰੂ ਨਿਥਾਵਾਂ ਹੈ। ਕਹਿਣ ਲੱਗੇ मोहे न थावा इन कहो सो साच बखानी, जब लग आत्म रूप को मन ले ना जानी, थाई पाए कर थिर ना रहो तब लग निथावा।
ਜਿੰਨਾ ਚਿਰ ਮਨੁੱਖ ਦਾ ਮਨ ਨਿਜ ਘਰ 'ਚ ਨਹੀਂ ਟਿਕਦਾ ਉਹਨਾਂ ਚਿਰ ਨਿਥਾਵਾਂ ਹੀ ਹੈ। ਭਾਵੇਂ ਜਿੰਨੇ ਮਰਜ਼ੀ ਵੱਡੇ ਘਰ 'ਚ ਰਹਿੰਦਾ ਹੋਏ, ਉਹ ਨਿਥਾਵਾਂ ਹੀ ਹੈ। ਜਿੰਨਾ ਚਿਰ ਮਨ ਨੂੰ ਥਾਂ ਨਹੀਂ ਮਿਲਦੀ ਉਹਨਾਂ ਚਿਰ ਮਨ ਨੂੰ ਚੈਨ ਨਹੀਂ ਮਿਲੇਗਾ, ਸ਼ਾਂਤੀ ਨਹੀਂ ਮਿਲੇਗੀ। ਬਾਹਰਲੇ ਘਰ ਸਰੀਰ ਦੀਆਂ ਲੋੜਾਂ ਨੇ, ਸਰੀਰ ਦੇ ਸੁੱਖਾਂ ਲਈ ਨੇ, ਲੇਕਿਨ ਮਨ ਦੇ ਸੁੱਖ ਦੇ ਲਈ ਜਿਹੜਾ ਘਰ ਹੈ ਨਾ, ਉਹ ਸਾਨੂੰ ਅੰਦਰੋਂ ਲੱਭੇਗਾ। ਉਹ ਲੱਭੇਗਾ ਗੁਰੂ ਕੇ ਗਿਆਨ ਰਾਹੀਂ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ। ਗੁਰੂ ਨੇ ਮੇਰੇ ਘਰ ਮਨ ਨੂੰ ਨਿਸ਼ਚਲ ਕਰ ਦੇ ਦਿੱਤਾ। ਇਹ ਸਾਰਾ ਬੰਧਾਨ ਗੁਰੂ ਨੇ ਬੰਨਿਆ ਹੈ। ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨ ਜਨਮ ਜ਼ਰਾ। ਨਾਨਕ ਨੂੰ ਉਹ ਘਰ ਮਿਲ ਗਿਆ ਜਿੱਥੇ ਮੌਤ ਦਾ, ਬੁਢਾਪੇ ਦਾ ਅਸਰ ਹੀ ਕੋਈ ਨਹੀਂ ਹੈ। ਬਾਹਰਲੀਆਂ ਪ੍ਰਭਾਵ, ਬਾਹਰਲੀਆਂ ਰੁੱਤਾਂ ਦਾ ਪ੍ਰਭਾਵ ਹੀ ਕੋਈ ਨਹੀਂ ਪੈਂਦਾ। ਇਹ ਉਹ ਘਰ ਹੈ ਜਿੱਥੇ ਜਾ ਕੇ ਨਾ ਬੱਚੇ ਤੇ ਬੁਢੇਪੇ ਦਾ, ਨਾ ਬੱਚੇ ਤੇ ਬਚਪਨ ਦਾ, ਨਾ ਮਨੁੱਖ ਦੇ ਉੱਪਰ ਕਿਸੇ ਹੋਰ ਬਿਮਾਰੀ ਦਾ ਅਸਰ ਪੈਂਦਾ। ਉਹ ਇੱਕ ਰਸ ਰਹਿੰਦਾ। ਉਹ ਹੈ ਆਤਮਾ ਦਾ ਅਸਲੀ ਰੂਪ, ਜਿਹਨੂੰ ਆਪਾਂ ਕਹਿੰਦੇ ਆਤਮਾ ਦਾ ਅਸਲੀ ਜੋ ਅਵਸਥਾ ਹੈ, ਅਸਲੀ ਜੋ ਸੁਭਾਵ ਹੈ, ਉਹਨੂੰ ਜਾਣ ਜਾਣਾ। ਇਹ ਹੈ ਸਹਿਜ ਘਰ। ਸਤਿਗੁਰੂ ਜੀ ਕਹਿੰਦੇ, ਕਹੋ ਨਾਨਕ ਮੈਂ ਸਹਿਜ ਘਰ ਪਾਇਆ। ਜਦੋਂ ਗੁਰੂ ਕੋਲ ਆਏ, ਗੁਰੂ ਨੇ ਨਾਮ ਮੰਤਰ ਦ੍ਰਿੜ ਕਰਾਤਾ, ਅੰਦਰੋਂ ਵਿਕਾਰ ਮਿਟ ਗਏ, ਗੁਰੂ ਨੇ ਹੰਕਾਰ ਕੱਢ ਦਿੱਤਾ, ਤੇ ਫਿਰ ਮੈਂ ਸਹਿਜ ਘਰ ਵਿੱਚ ਚਲਿਆ ਗਿਆ, ਆਤਮਿਕ ਅਡੋਲਤਾ ਦੇ ਰੂਪ ਵਿੱਚ ਚਲਿਆ ਗਿਆ। ਹਰ ਭਗਤ ਭੰਡਾਰ ਖਜ਼ੀਨਾ। ਤੇ ਜਦੋਂ ਮੈਂ ਆਪਣੇ ਅੰਦਰ ਪਹੁੰਚਿਆ ਨਾ, ਅੰਦਰ ਝਾਤ ਮਾਰੀ, ਅੰਦਰੋਂ ਮੈਨੂੰ ਭੰਡਾਰ ਮਿਲ ਗਏ, ਖਜ਼ਾਨੇ ਮਿਲ ਗਏ। ਸਭ ਕੁਝ ਘਰ 'ਚ ਸੀ ਤੇ ਮੈਂ ਬਾਹਰ ਹੀ ਭਟਕਦਾ ਰਿਹਾ। ਗੁਰਬਾਣੀ ਕਹਿੰਦੀ, ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜੀ ਨੇ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਸਭ ਕੁਝ ਮਨੁੱਖ ਦੇ ਅੰਦਰ ਹੈ, ਖਜ਼ਾਨੇ ਮਨੁੱਖ ਦੇ ਅੰਦਰ ਨੇ, ਸੁੱਖਾਂ ਦੇ ਭੰਡਾਰ ਮਨੁੱਖ ਦੇ ਅੰਦਰ ਨੇ। ਗੁਰੂ ਕੇ ਰੋਜ਼ ਬਚਨ ਪੜ੍ਹਦੇ ਹਾਂ ਕਿ ਮਤ ਵਿੱਚ ਰਤਨ ਜਵਾਹਰ ਮਾਣਕ। ਸਾਡੇ ਅੰਦਰ ਹੀਰੇ ਨੇ, ਰਤਨ ਨੇ, ਜਵਾਹਰ ਨੇ, ਮਾਣਕ ਨੇ। ਪਰ ਜੇ ਗੁਰੂ ਦੀ ਸਿੱਖਿਆ ਸੁਣੀਏ ਤਾਂ ਪਤਾ ਲੱਗੇ ਨਾ। ਮਨਮੁਖ ਕੋਠੀ ਅਗਿਆਨ ਅੰਧੇਰਾ, ਤਿੰਨ ਘਰ ਰਤਨ ਨਾ ਲਾਖਾ। ਮਨਮੁਖ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਤੇ ਉਹ ਆਪਣੇ ਹਿਰਦੇ ਦੀ ਕੋਠੜੀ ਤੋਂ ਜਿਹੜੇ ਰਤਨ ਨੇ ਉਹਨਾਂ ਨੂੰ ਜਾਣ ਹੀ ਨਹੀਂ ਸਕਦਾ। ਸਾਡੇ ਅੰਦਰ ਰਤਨ ਨੇ, ਉਹ ਜਿਹੜੇ ਰਤਨ ਨੇ ਸਾਡੇ ਅੰਦਰ, ਉਹ ਤੇ ਗੁਰੂ ਰਾਹੀਂ ਪ੍ਰਗਟ ਹੋਣੇ ਨੇ। ਉਹ ਰਤਨਾਂ ਦਾ ਵਪਾਰੀ ਕੋਈ ਵਿਰਲਾ ਹੀ ਹੁੰਦਾ ਹੈ। ਆ ਬਾਹਰਲੀਆਂ ਜਿਹੜੇ ਨਾਸਵੰਤ ਰਤਨ ਨੇ, ਪਦਾਰਥ ਨੇ, ਇਹਨਾਂ ਦੀ ਖਾਤਰ ਅਸੀਂ ਸਾਰੀ ਜ਼ਿੰਦਗੀ ਲਗਾ ਦਿੰਦੇ ਹਾਂ। ਇਹ ਮਿਲ ਵੀ ਜਾਂਦੇ ਨੇ, ਪਰ ਇਹਨਾਂ ਦੇ ਆਉਣ ਨਾਲ ਕੋਈ ਅਸੀਂ ਸੁਖੀ ਨਹੀਂ ਹੋ ਜਾਂਦੇ, ਸਗੋਂ ਹੋਰ ਚਿੰਤਾਵਾਂ ਵੱਧਦੀਆਂ ਚਲੀਆਂ ਜਾਂਦੀਆਂ। ਕੁਝ ਲੋੜਾਂ ਪੂਰੀਆਂ ਹੁੰਦੀਆਂ ਨੇ, ਕੁਝ ਪਰੇਸ਼ਾਨੀਆਂ ਹੁੰਦੀਆਂ ਜਾਂਦੀਆਂ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ, ਜਦੋਂ ਮੈਂ ਗੁਰੂ ਕੋਲ ਆਇਆ, ਗੁਰੂ ਨੇ ਮੇਰਾ ਅਹੰਕਾਰ ਕੱਟਿਆ, ਗੁਰੂ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਿਆ। ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਕਰਦਿਆਂ ਮੇਰਾ ਮਨ ਸਹਿਜ ਵਿੱਚ ਸਮਾ ਗਿਆ, ਆਪਣੇ ਅਸਲੀ ਰੂਪ ਵਿੱਚ ਚਲਿਆ ਗਿਆ। ਆਤਮਿਕ ਗਿਆਨ ਨੂੰ ਪ੍ਰਾਪਤ ਹੋ ਗਿਆ, ਆਤਮਿਕ ਅਡੋਲਤਾ ਨੂੰ ਮਿਲ ਗਈ। ਫਿਰ ਕੀ ਹੋਇਆ? ਸਤਿਗੁਰੂ ਜੀ ਕਹਿੰਦੇ, ਅੰਦਰੋਂ ਹੀ ਭੰਡਾਰ ਮਿਲ ਗਏ, ਖਜ਼ਾਨੇ ਮਿਲ ਗਏ। ਮੈਂ ਤੇ ਖਜ਼ਾਨਿਆਂ ਦਾ ਮਾਲਕ ਹੁੰਦਾ ਹੀ ਭਿਖਾਰੀ ਬਣਿਆ ਬੈਠਾ ਸਾਂ। ਪਰਮਾਤਮਾ ਨੇ ਸਾਨੂੰ ਰਾਜੇ ਬਣਾ ਕੇ ਭੇਜਿਆ, ਇਸ ਧਰਤੀ ਦੇ ਰਾਜੇ। ਪਰ ਕਿਉਂਕਿ ਅਸੀਂ ਸੁੱਤੇ ਪਏ ਹਾਂ, ਬਾਬਾ ਰਵਿਦਾਸ ਸਾਹਿਬ ਜੀ ਨੇ ਕਿਹਾ ਸੀ, ਸਾਡੀ ਹਾਲਤ ਉਸੇ ਰਾਜੇ ਵਰਗੀ ਹੈ ਜਿਹੜਾ ਸਿੰਘਾਸਨ ਤੇ ਬੈਠਾ ਸੁੱਤਾ ਸੁਪਨੇ 'ਚ ਭਿਖਾਰੀ ਬਣ ਕੇ ਮੰਗਦਾ ਫਿਰਦਾ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ ਬਿਸਰ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਸਾਡੀ ਉਹ ਹਾਲਤ ਹੈ, ਸਾਡੇ ਅੰਦਰ ਹੀ ਭੰਡਾਰ ਭਰੇ ਪਏ ਸਨ। ਗੁਰਬਾਣੀ ਕਹਿੰਦੀ, ਉਹ ਭੰਡਾਰ ਤਾਂ ਮਿਲਣਗੇ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰਾਂਗੇ, ਆਪਣੇ ਅੰਦਰ ਵਿੱਚ ਨਜ਼ਰ ਮਾਰਾਂਗੇ। ਗੁਰੂ ਕੀ ਬਾਣੀ ਸਾਨੂੰ ਸਾਡੇ ਅੰਦਰ ਦਾ ਗਿਆਨ ਦਿੰਦੀ ਹੈ। ਬਾਹਰ ਜੋ ਕੁਝ ਨਜ਼ਰ ਆ ਰਿਹਾ ਹੈ ਨਾ, ਉਹ ਸਭ ਕੁਝ ਸਾਡੇ ਅੰਦਰ ਹੈ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੇ, ਭਗਤ ਜੀ ਦਾ ਪਾਵਨ ਵਚਨ ਹੈ। ਜੋ ਕੁਝ ਬਾਹਰ ਨਜ਼ਰ ਆ ਰਿਹਾ ਹੈ ਉਹ ਸਾਡੇ ਅੰਦਰ ਹੈ, ਪਰ ਜਿਹੜਾ ਖੋਜੇਗਾ ਉਹੀ ਪਾਏਗਾ ਨਾ। ਗੁਰਬਾਣੀ ਸਾਨੂੰ ਆਪਾਂ ਖੋਜਣ ਦੀ ਪ੍ਰੇਰਣਾ ਦਿੰਦੀ ਹੈ। ਗੁਰੂ ਕੇ ਇਹ ਬਚਨ ਕੇ ਬੰਦੇ, ਖੋਜ ਦਿਲ ਹਰ ਰੋਜ਼, ਨਾ ਪਰੇ ਫਿਰ ਪਰੇਸ਼ਾਨੀ ਮਾਹੇ। ਭਾਈ ਹਰ ਰੋਜ਼ ਆਪਣੇ ਦਿਲ ਨੂੰ ਖੋਜਿਆ ਕਰ, ਪਰਚੋਲਿਆ ਕਰ, ਵਿਚਾਰ ਕਰਿਆ ਕਰ। ਅਸੀਂ ਕੋਈ ਕਾਰੋਬਾਰ ਕਰਦੇ ਹਾਂ ਨਾ, ਰੋਜ਼ ਤ੍ਰਿਕਾਲਾਂ ਨੂੰ ਸੌਣ ਤੋਂ ਪਹਿਲਾਂ ਹਿਸਾਬ ਕਿਤਾਬ ਕਰਦੇ ਹਾਂ, ਮਹੀਨੇ ਬਾਅਦ ਹਿਸਾਬ ਕਿਤਾਬ ਕਰਦੇ ਹਾਂ, ਸਾਲ ਬਾਅਦ ਕਰਦੇ ਹਾਂ। ਫਿਰ ਸਾਨੂੰ ਪਤਾ ਰਹਿੰਦਾ ਕਿ ਅਸੀਂ ਕਿੰਨਾ ਕੁ ਲਾਭ ਵੱਲ ਜਾ ਰਹੇ ਹਾਂ, ਕਿੰਨਾ ਕੁ ਘਾਟੇ ਵੱਲ ਜਾ ਰਹੇ ਹਾਂ। ਜੇ ਉਹ ਘਾਟੇ ਵਾਲਾ ਸੌਦਾ ਹੈ ਤਾਂ ਅਸੀਂ ਫਿਰ ਸੁਚੇਤ ਹੋ ਜਾਂਦੇ ਹਾਂ, ਉਹਨੂੰ ਬਦਲਦੇ ਹਾਂ, ਉਹਨੂੰ ਸਵਾਰਦੇ ਹਾਂ ਢੰਗ ਤਰੀਕੇ ਨੂੰ। ਤੇ ਜੇ ਕੋਈ ਬੰਦਾ ਹਿਸਾਬ ਹੀ ਨਾ ਕਰੇ, ਲੇਖਾ ਜੋਖਾ ਹੀ ਨਾ ਕਰੇ, ਤੇ ਫਿਰ ਉਹ ਕਾਰੋਬਾਰ ਕਿਵੇਂ ਚਲਾਏਗਾ? ਜਿਵੇਂ ਦੁਨਿਆਵੀ ਕਾਰੋਬਾਰਾਂ ਸਫਲ ਹੋਣ ਦੇ ਲਈ ਰੋਜ਼ ਹਿਸਾਬ ਕਿਤਾਬ ਰੱਖਦੇ ਹਾਂ, ਹਰ ਮਹੀਨੇ ਬਾਅਦ ਕਰਦੇ ਹਾਂ, ਸਾਲ ਬਾਅਦ ਕਰਦੇ ਹਾਂ, ਕਰਨਾ ਚਾਹੀਦਾ।
ਤਾਂ ਹੀ ਸਫਲਤਾ ਮਿਲਦੀ ਹੈ। ਤੇ ਜੇ ਅਸੀਂ ਆਪਣੇ ਜੀਵਨ ਦਾ ਹੀ ਹਿਸਾਬ ਕਿਤਾਬ ਨਾ ਕੀਤਾ, ਗੁਰਬਾਣੀ ਕਹਿੰਦੀ ਰੋਜ਼ ਕਰਿਆ ਕਰੋ, ਸੌਣ ਤੋਂ ਪਹਿਲਾਂ ਸੋਚਿਆ ਕਰੋ ਕਿ ਅੱਜ ਆਪਾਂ ਕੀ ਕੁਝ ਕੀਤਾ ਹੈ, ਕਿੰਨਾ ਕੁ ਆਪਾਂ ਕਿਸੇ ਤੇ ਪਰਉਪਕਾਰ ਕੀਤਾ ਤੇ ਕਿੰਨਾ ਕੁ ਕਿਸੇ ਦਾ ਦਿਲ ਦੁਖਾਇਆ, ਕਿੰਨਾ ਕੁ ਨਜਾਇਜ਼ ਕੰਮ ਕੀਤੇ, ਕਿੰਨਾ ਕੁ ਝੂਠ ਮਾਰਿਆ। ਜੇ ਰੋਜ਼ ਇਹ ਪੜਚੋਲ ਕਰਦੇ ਰਵਾਂਗੇ ਨਾ ਪਰੇਸ਼ਾਨੀ ਮਾਹੀ, ਸਾਨੂੰ ਫਿਰ ਕੋਈ ਪਰੇਸ਼ਾਨੀ ਨਹੀਂ ਰਹੀ। ਪਰੇਸ਼ਾਨੀਆਂ ਤੇ ਇਹ ਹੈ ਕਿ ਅਸੀਂ ਕਦੀ ਆਪਣੇ ਆਪ ਨੂੰ ਸਵਾਰਿਆ ਨਹੀਂ, ਸਾਡੇ ਅੰਦਰ ਬੁਰਾਈਆਂ, ਸਾਡੇ ਅੰਦਰ ਔਗਣ, ਸਾਡੇ ਅੰਦਰ ਡਸਟ ਇਕੱਠੀ ਹੋਈ ਜਾ ਰਹੀ ਹੈ। ਹੁਣ ਕੋਈ ਬੰਦਾ ਘਰ ਨੂੰ ਰੋਜ਼ ਸਾਫ਼ ਹੀ ਨਾ ਕਰੇ, ਘਰ ਨੂੰ ਰੋਜ਼ ਸਾਫ਼ ਨਾ ਕਰੋ ਤੁਸੀਂ, ਕੀ ਹੋਏਗਾ? ਘਰ 'ਚ ਮਿੱਟੀ ਕੱਟਾ ਭਰਦਾ ਭਰਦਾ ਸਹਿਜੇ ਸਹਿਜੇ ਕੀੜੇ ਮਕੌੜੇ ਘਰ ਬਣਾਉਣੇ ਸ਼ੁਰੂ ਕਰ ਦੇਣਗੇ, ਮੱਕੜੀਆਂ ਜਾਲਾ ਬਣਾਉਣਾ ਸ਼ੁਰੂ ਕਰ ਦੇਣੀਆਂ। ਬੈਠੇ ਰਹੋ ਘਰ ਦੇ ਵਿੱਚ, ਉੱਦਾਂ ਸਾਫ਼ ਹੀ ਨਾ ਕਰੋ, ਕੀ ਹੋਏਗਾ? ਸਹਿਜੇ ਸਹਿਜੇ ਫਿਰ ਘਰ 'ਚ ਬਿਮਾਰੀਆਂ ਆਉਣਗੀਆਂ, ਦੁੱਖ ਦਲਿੱਦਰ ਆਉਣਗੇ, ਪਰੇਸ਼ਾਨੀਆਂ ਆਉਣਗੀਆਂ। ਇਹੀ ਕੁਝ ਆਏਗਾ ਨਾ, ਸਾਡੇ ਸਰੀਰ 'ਚ ਵੀ ਇਹੀ ਕੁਝ ਹੈ। ਜੇ ਅਸੀਂ ਰੋਜ਼ ਆਪਣੇ ਮਨ ਦੇ ਨਾਲ ਲੇਖਾ ਜੋਖਾ ਨਹੀਂ ਕਰਾਂਗੇ, ਮਨ 'ਚ ਬੁਰਾਈਆਂ ਡੇਰੇ ਲਾਈ ਜਾਣਗੀਆਂ, ਮਨ ਦੇ ਵਿੱਚ ਔਗਣ ਵੱਸਦੇ ਜਾਣਗੇ। ਸਾਡਾ ਇਹ ਮਨ ਪਰੇਸ਼ਾਨੀਆਂ ਦਾ ਕਾਰਨ ਇਸ ਕਰਕੇ ਬਣਿਆ ਕਿ ਅਸੀਂ ਕਦੀ ਮਨ ਦੇ ਨਾਲ ਲੇਖਾ ਜੋਖਾ ਹੀ ਨਹੀਂ ਕੀਤਾ। ਔਰ ਗੁਰਬਾਣੀ ਨੇ ਗੱਲ ਹੀ ਮਨ ਦੇ ਨਾਲ ਕੀਤੀ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਦੇਖੋ, ਬਹੁਤਾਂਤ ਉਹਨਾਂ ਸ਼ਬਦਾਂ ਦੀ ਜਿੱਥੇ ਸਤਿਗੁਰੂ ਜੀ ਨੇ ਸੁਬੋਧਨ ਹੀ ਮਨ ਨੂੰ ਕੀਤਾ। ਉਹ ਇਸ ਕਰਕੇ ਕਿ ਅਸੀਂ ਜਦੋਂ ਬਾਣੀ ਪੜ੍ਹੀਏ ਨਾ ਤੇ ਅਸੀਂ ਆਪਣੇ ਮਨ ਨਾਲ ਗੱਲਬਾਤ ਕਰੀਏ, ਐਵੇਂ ਲੋਕਾਂ ਨੂੰ ਨਾ ਸਮਝਾਈਏ। ਆਪਣੇ ਮਨ ਨੂੰ ਕਿ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਹੁਣ ਅਸੀਂ ਬਾਣੀ ਪੜ੍ਹਦੇ ਹਾਂ ਗਿਣਤੀ ਦੇ ਲਈ, ਲੋਕਾਂ ਨੂੰ ਸੁਣਾਉਣ ਲਈ। ਦੇਖੋ ਜੀ ਮੈਂ ਤੇ ਇੰਨੇ ਪਾਠ ਕਰ ਲਏ, ਚੰਗੀ ਗੱਲ ਹੈ ਭਈ, ਸਤਿਕਾਰਯੋਗ ਹੋ। ਪਰ ਇੰਨੇ ਪਾਠ ਕਰਦੇ ਹਾਂ, ਆਪਣੇ ਮਨ ਨੂੰ ਕਿੰਨਾ ਕੁ ਸੁਣਾਇਆ ਕਿ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ? ਮਨ ਨੂੰ ਕਿੰਨਾ ਕੁ ਸਮਝਾਇਆ? ਆਪਣੇ ਮਨ ਦੇ ਨਾਲ ਕਿੰਨੀ ਕੁ ਗੱਲਬਾਤ ਕੀਤੀ ਹੈ? ਮਨ ਦੇ ਨਾਲ, ਮਨ ਹੀ ਨਾਲ ਝਗੜਾ, ਮਨ ਹੀ ਦੇ ਨਾਲ ਸੱਥ ਕਰਨ ਦੀ ਗੱਲ ਸਤਿਗੁਰੂ ਜੀ ਨੇ ਕਹੀ ਹੈ। ਇਸ ਕਰਕੇ ਜਦੋਂ ਰੋਜ਼ ਅਸੀਂ ਮਨ ਨੂੰ ਸਵਾਰਾਂਗੇ, ਰੋਜ਼ ਆਪਣੇ, ਦੇਖੋ ਬੱਚੇ ਹੀ ਨੇ ਸਾਡੇ ਘਰ 'ਚ, ਬੱਚੇ ਕੋਈ ਗਲਤ ਪਾਸੇ ਜਾਣਦੇ, ਅਸੀਂ ਉਹਨਾਂ ਨੂੰ ਰੋਕਦੇ ਹਾਂ, ਸਮਝਾਉਂਦੇ ਹਾਂ, ਬੱਚੇ ਫਿਰ ਠੀਕ ਪਾਸੇ ਚੱਲਦੇ ਆ ਨਾ। ਤੇ ਜੇ ਮਾਂ ਬਾਪ ਕੋ ਬੱਚੇ ਨੂੰ ਕਹੇ ਕੁਝ ਨਾ, ਕੋਈ ਨਹੀਂ ਜੀ ਕਰਨ ਦਿਓ ਜੋ ਕਰਦਾ। ਬਹੁਤੇ ਬੱਚੇ ਅਸੀਂ ਆਪਣੇ ਲਾਡਾਂ 'ਚ ਹੀ ਵਿਗਾੜੇ ਹੋਏ ਨੇ। ਬੱਚੇ ਤੇ ਮਾੜੇ ਨਹੀਂ ਹੈ, ਸਾਡੇ ਪਾਲਣ ਪੋਸ਼ਣ ਦਾ ਢੰਗ ਤਰੀਕਾ ਹੀ ਨਹੀਂ ਵਧੀਆ, ਸਾਡੇ ਉਹਨਾਂ ਨੂੰ ਪਾਲਣ ਦਾ ਢੰਗ ਤਰੀਕਾ ਵਧੀਆ ਨਹੀਂ। ਬੱਚੇ ਮਾੜੇ ਨਹੀਂ ਹੈ, ਬੱਚੇ ਤੇ ਰੱਬ ਦਾ ਰੂਪ ਸਨ, ਪਰ ਅਸੀਂ ਉਹਨਾਂ ਨੂੰ ਵਧੀਆ ਮਾਂ ਬਾਪ ਬਣ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਗਾਈਡ ਨਾ ਕਰ ਸਕੇ, ਉਹਨਾਂ ਨੂੰ ਚੰਗੇ ਸੰਸਕਾਰ ਨਾ ਦੇ ਸਕੇ। ਬੱਚੇ ਇਸ ਕਰਕੇ ਸਾਡੀਆਂ ਫਿਰ ਆਸਾਂ ਤੇ ਪੂਰੇ ਨਾ ਉਤਰੇ। ਬਿਲਕੁਲ ਜਿਵੇਂ ਬੱਚਾ ਹੈ, ਮਨ ਵੀ ਸਾਡਾ ਬੱਚਾ ਹੀ ਹੈ। ਮਨ ਨੂੰ ਰੋਜ਼ ਸਮਝਾਉਣਾ ਪਏਗਾ, ਇੱਕ ਦਿਨ ਸਮਝਾਇਆ ਗੱਲ ਨਹੀਂ ਬਣੇਗੀ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਰੋਜ਼ ਬਾਣੀ ਪੜ੍ਹਿਆ ਕਰੋ, ਰੋਜ਼ ਪਰਮਾਤਮਾ ਦੇ ਪਿਆਰ ਜੁੜਿਆ ਕਰੋ, ਰੋਜ਼ ਆਪਣੇ ਮਨ ਦੇ ਨਾਲ ਗੱਲਬਾਤ ਕਰਿਆ ਕਰੋ। ਜਦੋਂ ਰੋਜ਼ ਮਨ ਦੇ ਨਾਲ ਗੱਲਬਾਤ ਕਰਦੇ ਰਵਾਂਗੇ, ਜਿਵੇਂ ਘਰ ਨੂੰ ਰੋਜ਼ ਸਵਾਰਦੇ, ਘਰ ਸਾਡਾ ਸੋਹਣਾ ਬਣ ਜਾਂਦਾ ਹੈ, ਸੁਖਦਾਈ ਬਣ ਜਾਂਦਾ ਹੈ। ਰੋਜ਼ ਮਨ ਦੇ ਨਾਲ ਗੱਲਬਾਤ ਕਰਾਂਗੇ, ਅਸੀਂ ਆਖਰ ਅੰਦਰ ਸੁੱਖਾਂ ਦੇ ਘਰ ਚਲੇ ਜਾਵਾਂਗੇ, ਸਹਿਜ ਘਰ ਚਲੇ ਜਾਵਾਂਗੇ। ਅੰਦਰ ਖਜ਼ਾਨੇ ਭਰੇ ਪਏ ਨੇ, ਆਨੰਦ ਹੀ ਆਨੰਦ ਹੈ ਜਦੋਂ ਪ੍ਰਮਾਤਮਾ ਦੇ ਰੂਪ ਵਿੱਚ ਚਲੇ ਗਏ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਪਾਵਨ ਬਚਨ ਸਾਡੇ ਹਿਰਦੇ 'ਚ ਵਸਣ, ਕਿ ਆਪਾਂ ਗੁਰੂ ਰਾਹੀਂ, ਗੁਰੂ ਦੇ ਦਰ ਤੇ ਆ ਕੇ ਬੁਰਾਈਆਂ ਭੇਟ ਕਰਕੇ, ਗੁਰੂ ਪਾਸੋਂ ਜੀ ਦਾਨ ਪ੍ਰਾਪਤ ਕਰਕੇ, ਉਸ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਸਹਿਜ ਆਨੰਦ ਵਿੱਚ ਲਿਵਲੀਨ ਹੋ ਜਾਈਏ, ਸਾਡਾ ਜੀਵਨ ਸਫਲ ਹੋ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨ। ਪਿਆਰ ਸਹਿਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।